दयाल ठाकुर होए आप दयाल, होए आप दयाल ठाकुर होए आप दयाल, होए आप दयाल ठाकुर होए आप दयाल। भई कल्याण आनंद रूप हुई है, कल्याण आनंद रूप हुई है, भई कल्याण आनंद रूप हुई है, भई कल्याण आनंद रूप हुई है। उबरे बाल गोपाल, उबरे बाल गोपाल होए आप दयाल ठाकुर होए आप दयाल, होए आप दयाल ठाकुर होए आप दयाल, होए आप दयाल ठाकुर होए आप दयाल, होए आप दयाल ठाकुर होए आप दयाल। भई कल्याण आनंद रूप हुई है, भई कल्याण आनंद रूप हुई है, भई कल्याण आनंद रूप हुई है, भई कल्याण आनंद रूप हुई है। उबरे बाल गोपाल, उबरे बाल गोपाल होए आप दयाल ठाकुर होए आप दयाल, होए आप दयाल ठाकुर होए आप दयाल। दोए कर जोड़ करी बेनंती ठाकुर अपना प्यारा, ठाकुर अपना प्यारा हाथ दे राखे परमेश्वर सगला दुर्त मिटाया, सगला दुर्त मिटाया हाथ दे राखे परमेश्वर सगला दुर्त मिटाया, सगला दुर्त मिटाया। भई कल्याण आनंद रूप हुई है, भई कल्याण आनंद रूप हुई है, भई कल्याण आनंद रूप हुई है। भई कल्याण आनंद रूप हुई है। उबरे बाल गोपाल, उबरे बाल गोपाल होए आप दयाल ठाकुर होए आप दयाल, 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 होए आप दयाल ठाकुर होए आप दयाल। दोए कर जोड़ करी
राखे परमेश्वर सगला दुर्त मिटाया। वाहे 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 ਭਈ ਕਲਿਆਣ ਆਨੰਦ ਰੂਪ ਹੋਈ ਹੈ। 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 ਉਪਰੇ ਬਾਲ ਗੋਪਾਲ ਉਪਰੇ ਬਾਲ ਗੋਪਾਲ ਹੋਏ ਆਪ ਦਇਆਲ ਠਾਕੁਰ ਹੋਏ ਆਪ ਦਇਆਲ ਹੋਏ ਆਪ ਦਇਆਲ ਠਾਕੁਰ ਹੋਏ ਆਪ ਦਇਆਲ। मिलवर नारी मंगल गाया ठाकुर का जयकार ठाकुर का जयकार। मिलवर नारी मंगल गाया ठाकुर का जयकार ठाकुर का जयकार। कहो नानक तिस गुर बलहारी जिन सबका किया उधार जिन सबका किया उधार जिन सबका किया उधार। भई कल्याण आनंद रूप हुई है। 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 उपरे बाल गोपाल उपरे बाल गोपाल होए आप दयाल ठाकुर होए आप
ਵਾਹਿਗੁਰੂ 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 ਸਤਿਗੁਰਾਂ ਨੇ ਮਹਿਰਾਮਤ ਕੀਤੀ ਆਪਣੇ ਬੱਚਿਆਂ ਦੇ ਸਿਰ ਤੇ। ਸਾਰੇ ਪਾਸੇ ਚੜ੍ਹਦੀ ਕਲਾ ਹੋਈ। ਪਰ ਗੁਰਮੁਖ ਪਿਆਰਿਓ, ਗੱਲ ਇੱਥੋਂ ਤੱਕ ਸੀਮਤ ਨਹੀਂ ਹੈ, ਕਿਉਂਕਿ ਗੁਰਬਾਣੀ ਵਿੱਚ ਸਤਿਗੁਰਾਂ ਨੇ ਸਮਝਾਇਆ, ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਅਮਲ ਜੋ ਕੀਤਿਆ ਦੁਨੀ ਵਿੱਚ, ਸੇ ਦਰਗ ਹੈ ਉਗਾਹ। ਇੱਕ ਉਹ ਨੇ ਜਿਹੜੇ ਸਤਿਗੁਰਾਂ ਦੀ ਸੋਝੀ ਲੈ ਕੇ ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਇੱਕ ਉਹ ਨੇ ਜਿਹੜੇ ਆਪਣੇ ਤਰੀਕੇ ਨਾਲ ਚੱਲਦੇ ਰਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਕਹਿੰਦੇ ਆਪਨ ਭਾਣੇ ਜੋ ਚੱਲੈ ਵਿਛੜ ਚੋਟਾਂ ਖਾਏ। ਬੰਦਗੀ ਭਗਤੀ ਪਹਿਲਾਂ ਵੀ ਲੋਕ ਕਰਦੇ ਸਨ, ਹੁਣ ਵੀ ਕਰਦੇ ਨੇ ਤੇ ਗਾਂ ਵੀ ਕਰਦੇ ਹੀ ਰਹਿਣਗੇ। ਪਰ ਜੇ ਕੋਈ ਸਤਿਗੁਰਾਂ ਦੇ ਦੱਸੇ ਹੋਏ ਤਰੀਕੇ ਅਨੁਸਾਰ ਕਰੇ, ਘੱਟ ਸਮਾਂ ਲੱਗਦਾ ਹੈ, ਮਾਲਕ ਨਾਲ ਮਿਲਾਪ ਹੋ ਜਾਂਦਾ ਹੈ। ਜਿਹੜਾ ਅੰਦਰ ਅੰਮ੍ਰਿਤ ਰੱਖਿਆ ਹੋਇਆ ਨਾ, ਅੰਦਰ ਖੋਟਾ ਅੰਮ੍ਰਿਤ ਭਰਿਆ, ਸ਼ਬਦੇ ਕੱਢ ਪੀਏ ਪਨਹਾਰੀ। ਜਿਹੜੇ ਇਦਾਂ ਸਿਮਰਨ ਕਰਦੇ ਨੇ, ਉਹ ਇਹ ਅੰਮ੍ਰਿਤ ਨੂੰ ਕੱਢ ਕੇ ਪੀ ਲੈਂਦੇ ਨੇ। ਸਦੀਵੀ ਫਿਰ ਮਾਲਕ ਦੇ ਚਰਨਾਂ 'ਚ ਨਿਵਾਸ ਹੋ ਜਾਂਦਾ। ਹੁਣ ਜਿੱਤ ਦੋ ਤਰੀਕੇ ਨਾਲ ਇਨਸਾਨ ਦੀ ਹੁੰਦੀ ਹੈ, ਇੱਕ ਹੈ ਸੰਸਾਰਿਕ, ਇੱਕ ਹੈ ਅਧਿਆਤਮਿਕ। ਸੰਸਾਰਿਕ ਤੌਰ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਵੇਂ ਤੂੰ ਜਿੰਨਾ ਮਰਜੀ ਨਵ ਖੰਡਨ ਕੋ ਰਾਜ ਕਮਾਵੇ, 9 ਖੰਡਾਂ ਦਾ ਰਾਜਾ ਵੀ ਕਿਉਂ ਨਾ ਹੋਵੇ, ਅੰਤ ਚੱਲੇ ਗੁਹਾਰੀ। ਜੇ ਨਾਮ ਨਹੀਂ ਹੈ ਨਾ ਤੇਰੇ ਕੋਲ, ਤੈਨੂੰ ਹਾਰ ਕੇ ਜਾਣਾ ਪੈਣਾ। ਸਤਿਗੁਰਾਂ ਨੇ ਕਿਰਪਾ ਕੀਤੀ, ਮਹਿਰਾਮਤ ਕੀਤੀ, ਸਾਨੂੰ ਬਾਹਰ ਜਿੱਤ ਪ੍ਰਾਪਤ ਹੋਈ। ਪਰ ਸੂਰਾ ਸੋ ਪਹਿਚਾਨੀਏ, ਜੋ ਲੜੇ ਦੀਨ ਕੇ ਲੜਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ, ਕਬਹੁ ਨਾ ਛਾਡਾ ਖੇਤ। ਇਹ ਲੜਾਈ ਕਿਤੇ ਬਾਹਰ ਦੀ ਲੜਾਈ ਦੀ ਗੱਲ ਨਹੀਂ ਜੇ ਕੀਤੀ ਸਤਿਗੁਰਾਂ ਨੇ। ਭਗਤ ਸਾਹਿਬਾਨਾਂ ਨੇ ਕੋਈ ਜੰਗ ਨਹੀਂ ਲੜਿਆ, ਪਰ ਉਹਨਾਂ ਨੇ ਇਹ ਬਚਨ ਕਿਉਂ ਕਿਹਾ? ਕਿਉਂਕਿ ਇਹ ਲੜਾਈ ਬਾਹਰ ਦੀ ਲੜਾਈ ਨਹੀਂ, ਇਹ ਅੰਦਰ ਦੀ ਲੜਾਈ ਹੈ। ਜਿੰਨੀ ਦੇਰ ਤੱਕ ਸਾਨੂੰ ਅੰਦਰ ਦਾ ਭੇਦ ਨਹੀਂ ਆਉਂਦਾ, ਉਨੀ ਦੇਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਪੂਰਨ ਸਿੱਖ ਨਹੀਂ ਅਖਵਾ ਸਕਦੇ। ਪੂਰਨ ਸਿੱਖ ਅਖਵਾਉਣ ਵਾਸਤੇ ਸਾਨੂੰ ਅੰਦਰ ਦਾ ਭੇਦ ਸਮਝਣਾ ਬਹੁਤ ਜ਼ਰੂਰੀ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਾਨੂੰ ਸਰੀਰ ਖੋਜਣ ਵਾਸਤੇ ਕਿਹਾ, ਗੁਰਮੁਖ ਹੋਵੈ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ। ਕਾਇਆ ਖੋਜਣ ਦਾ ਤਰੀਕਾ ਹੁਣ ਤੁਸੀਂ ਸਾਰੇ ਜਾਂ ਅਸੀਂ ਸਾਰੇ ਮਿਲ ਕੇ ਖੋਜ ਹੀ ਰਹੇ ਹਾਂ। ਸਰੀਰ ਨੂੰ, ਕਾਇਆ ਨੂੰ ਖੋਜ ਕਰਦੇ ਪਏ ਹਾਂ, ਮਨ ਦੀ ਖੋਜ ਕਰਦੇ ਪਏ ਹਾਂ। ਇਸ ਮਨ ਕੋ ਕੋਈ ਖੋਜੋ ਭਾਈ।
ਮਨ ਦੀ ਖੋਜ ਕਰਨ ਦਾ ਤਰੀਕਾ ਵਾਹਿਗੁਰੂ ਗੁਰਮੰਤਰ ਜਪਣਾ ਹੈ। ਵਿਧੀ ਅਨੁਸਾਰ ਨੇਤਰ ਬੰਦ ਕਰਕੇ ਜਦੋਂ ਕੋਈ ਗੁਰਮੁਖ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਤੇ ਬਾਹਰ ਦੀਆਂ ਤਾਰਾਂ, ਬਾਹਰ ਦੀਆਂ ਆਵਾਜ਼ਾਂ ਬੰਦ ਹੋਣੀਆਂ ਸ਼ੁਰੂ ਹੁੰਦੀਆਂ, ਅੰਦਰ ਦਾ ਭੇਤ ਖੁੱਲਣਾ ਸ਼ੁਰੂ ਹੁੰਦਾ। ਜਿਹੜੀ ਲੜਾਈ ਦੀ ਗੱਲ ਭਗਤ ਸਾਹਿਬਾਨਾਂ ਨੇ ਕੀਤੀ ਹੈ ਨਾ, ਉਹ ਉਹਨਾਂ ਪੰਜਾਂ ਦੇ ਨਾਲ ਲੜਾਈ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਾ ਬੁੱਝੈ, ਕੋਈ ਨਾ ਸੁਣੇ ਪੁਕਾਰਾ। ਉਹ ਸਾਡੇ ਅੰਦਰ ਦਾ ਅੰਮ੍ਰਿਤ ਪੀ ਜਾ ਰਹੇ ਨੇ, ਪਰ ਸਾਨੂੰ ਪਤਾ ਨਹੀਂ ਲੱਗਦਾ। ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ, ਗੁਰੂ ਨੇ ਸਾਡੇ ਤੇ ਉਹ ਸਮਝਾ ਰਹੇ ਨੇ, ਕਹਿੰਦੇ ਵੀ ਸਰਗੁਣ ਚ ਵੀ ਮੈਂ ਹੀ ਆ ਤੇ ਨਿਰਗੁਣ ਚ ਵੀ ਮੈਂ ਹੀ ਆ। ਅਸੀਂ ਸਰਗਣ ਸਰੂਪ ਨੂੰ ਪਾਉਣ ਵਾਸਤੇ ਕਿੰਨਾ ਕੁਛ ਕਰਦੇ ਹਾਂ, ਕੀ ਨਹੀਂ ਕਰਦੇ। ਆਪਾਂ ਲੰਗਰ ਲਾਉਂਦੇ ਹਾਂ, ਸੇਵਾ ਕਰਦੇ ਹਾਂ, ਸਤੋ ਗੁਣ ਤੇ ਵਿਚਰਦੇ ਹਾਂ ਸਾਰੇ। ਪਰ ਜਦੋਂ ਨਿਰਗੁਣ ਸਰੂਪ ਉਹ ਸਾਡੇ ਸਾਹਮਣੇ ਆਉਂਦਾ, ਸਰਗਣ ਸਰੂਪ ਸਾਡੇ ਸਾਹਮਣੇ ਆਉਂਦਾ, ਕਿਉਂਕਿ ਸਾਡੇ ਸਾਰਿਆਂ 'ਚ ਵੀ ਉਹ ਆਪ ਹੀ ਹੈ ਤੇ ਅਸੀਂ ਆਪਸ ਵਿੱਚ ਦੁਬਦਾ ਕਰੀ ਜਾਂਦੇ ਹਾਂ। ਆਪਸ ਵਿੱਚ ਅਸੀਂ ਵੰਡੀਆਂ ਪਾਈਆਂ ਹੋਈਆਂ ਨੇ। ਸਿੱਖ ਧਰਮ ਦਾ ਪੁਰਾਤਨ ਸਮੇਂ ਤੋਂ ਇਤਿਹਾਸ ਵਿਚਾਰ ਕੇ ਜੇ ਵੇਖੀਏ, ਸਾਨੂੰ ਬਾਹਰੋਂ ਕਿਸੇ ਨੇ ਨਹੀਂ ਮਾਰਿਆ, ਸਾਨੂੰ ਆਪਣੇ ਆਪ ਪਹਿਲਾਂ ਸਿੱਖਾਂ ਨੇ ਹੀ ਮਾਰਿਆ। ਬਾਹਰੋਂ ਸਾਡੇ ਨਾਲ ਕਿਸੇ ਨੇ ਵਿਸ਼ਵਾਸਘਾਤ ਬਾਅਦ ਚ ਕੀਤਾ, ਪਹਿਲਾਂ ਅਸੀਂ ਆਪਣੇ ਆਪ ਹੀ ਕੀਤਾ, ਆਪਣਿਆਂ ਨੇ ਕੀਤਾ, ਅਸੀਂ ਆਪਣਾ ਹੀ ਵਿਗਾੜਿਆ। ਕਿਸੇ ਵੀ ਚੀਜ਼ ਨੂੰ ਪਾਉਣ ਵਾਸਤੇ ਸਿੱਖ ਕੁਰਬਾਨੀਆਂ ਦਿੰਦੇ ਨੇ, ਸਾਰਾ ਕੁਝ ਘਾਲਣਾ ਘਾਲਦੇ ਨੇ, ਪਰ ਜਦੋਂ ਉਹ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਵੰਡ ਨਹੀਂ ਸਕਦੇ, ਬੈਠਾ ਨਹੀਂ ਜਾਂਦਾ ਸਾਡੇ ਕੋਲ, ਅਸੀਂ ਲੜ ਪੈਂਦੇ। ਇਹ ਸਾਡੀ ਤਰਾਸ਼ਦੀ ਹੈ, ਕਿਤੇ ਪੜ੍ਹ ਕੇ ਵੇਖਿਓ, ਵਿਚਾਰ ਕੇ ਵੇਖਿਓ। ਕਿੰਨੇ ਸਾਲ ਲੱਗੇ, 1700 ਕਿਸੇ 5 ਲਿਖਿਆ, ਕਿਸੇ 8 ਲਿਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਏ ਨੇ, 1700 ਤੋਂ ਲੈ ਕੇ 1800 ਤੱਕ ਦਾ ਸਮਾਂ ਸਿੱਖਾਂ ਨੂੰ ਜੰਗਲਾਂ ਜਾੜਾਂ 'ਚ ਵੀ ਕੱਢਣਾ ਪਿਆ। 1801 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਗੱਦੀ ਤੇ ਬਹਿੰਦੇ ਨੇ। 1839 ਤੱਕ ਮਹਾਰਾਜਾ ਰਣਜੀਤ ਸਿੰਘ, ਉਸ ਤੋਂ ਬਾਅਦ 10 ਸਾਲ ਉਹਨਾਂ ਦੇ ਬੱਚਿਆਂ ਨੇ ਰਾਜ ਕੀਤਾ। ਮਹਾਰਾਜਾ ਖੜਕ ਸਿੰਘ, ਮਹਾਰਾਜਾ ਸ਼ੇਰ ਸਿੰਘ, ਮਹਾਰਾਜਾ ਦਲੀਪ ਸਿੰਘ, ਕੰਵਰ ਨੌ ਨਿਹਾਲ ਸਿੰਘ, ਲਗਭਗ 50 ਸਾਲ ਸਿੱਖ ਰਾਜ ਕਾਇਮ ਰਿਹਾ ਤੇ ਉਸ ਤੋਂ ਬਾਅਦ ਅਸੀਂ ਸਾਂਭ ਨਹੀਂ ਸਕੇ, ਕਿਉਂਕਿ ਅਸੀਂ ਆਪਣਿਆਂ ਤੇ ਵਿਸ਼ਵਾਸ ਨਹੀਂ ਕੀਤਾ, ਅਸੀਂ ਲੋਕਾਂ ਤੇ ਵਿਸ਼ਵਾਸ ਕੀਤਾ, ਗੈਰਾਂ ਤੇ ਵਿਸ਼ਵਾਸ ਕੀਤਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਬਾਹਰੋਂ ਵੀ ਸੁਚੇਤ ਕਰਦੀ ਹੈ, ਸਾਨੂੰ ਅੰਦਰੋਂ ਵੀ ਸੁਚੇਤ ਕਰਦੀ ਹੈ। ਉਹ ਕਹਿੰਦੇ ਤੂੰ ਬਾਹਰੋਂ ਵੀ ਲੁੱਟਿਆ ਜਾ ਰਿਹਾ, ਤੂੰ ਅੰਦਰੋਂ ਵੀ ਲੁੱਟਿਆ ਜਾ ਰਿਹਾ। ਬਾਹਰੋਂ ਲੁੱਟਿਆ ਜਾਂਦਾ ਹੋਏ ਕੋਈ ਸਾਰਿਆਂ ਨੂੰ ਦਿਖਾਈ ਦਿੰਦਾ ਹੈ, ਪਰ ਮਹਾਰਾਜ ਕਹਿੰਦੇ ਜੇ ਤੂੰ ਅੰਦਰੋਂ ਲੁੱਟਿਆ ਜਾ ਰਿਹਾ, ਕਿਸੇ ਨੂੰ ਦਿਖਾਈ ਨਹੀਂ ਦਿੰਦਾ, ਕੋਈ ਨਾ ਸੁਣੇ ਪੁਕਾਰਾ, ਕੋਈ ਪੁਕਾਰ ਵੀ ਨਹੀਂ ਸੁਣਦਾ, ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ। ਸਭ ਤੋਂ ਕੀਮਤੀ ਵਸਤ ਜੇ ਸਾਡੇ ਕੋਲ ਹੈਗੀ, ਉਹਨੇ ਸਵਾਸ। ਸਾਡੇ ਸਵਾਸ ਲੁੱਟੇ ਜਾ ਰਹੇ ਨੇ। ਅਸੀਂ ਈਰਖਾ ਦੇ ਵਿੱਚ, ਲੋਭ ਦੇ ਵਿੱਚ, ਅਹੰਕਾਰ ਦੇ ਵਿੱਚ, ਨਿੰਦਿਆ 'ਚ, ਚੁਗਲੀ 'ਚ ਆਪਣਾ ਸਮਾਂ ਗਵਾਈ ਜਾ ਰਹੇ ਹਾਂ, ਜਦੋਂ ਕਿ ਹਰ ਇੱਕ ਸਾਹ ਦੇ ਉੱਪਰ ਵਾਹਿਗੁਰੂ ਕਹਿ ਕੇ ਮੋਹਰ ਲਾਉਣੀ ਸੀ। ਇਹ ਕਮਾਈ ਸਾਡੀ ਦੋ ਜਹਾਨਾਂ 'ਚ ਕੰਮ ਆਉਣੀ ਸੀ। ਸਮਾਂ ਬਿਲਕੁਲ ਸੀਮਤ ਹੈ, ਮੈਂ ਬਹੁਤਾ ਵਿਸਥਾਰ ਵਿੱਚ ਨਾ ਜਾਵਾਂ। ਜੇ ਅੰਦਰ ਦੀ ਗੱਲ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ, ਕਹਿੰਦੇ ਰਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਰਜੋਗੁਣ ਤਮੋਗੁਣ ਤੇ ਸਤੋਗੁਣ ਬਾਰੇ ਜੇ ਨਹੀਂ ਪਤਾ, ਸਮਝ ਲਓ ਲੁੱਟੇ ਜਾ ਰਹੇ। ਜਿਸ ਖੇਡ ਦਾ ਸਾਨੂੰ ਗਿਆਨ ਹੀ ਨਹੀਂ, ਉਹ ਖੇਡ ਕਿੱਦਾਂ ਸਕਾਂਗੇ। ਜਿਹੜੇ ਵਾਹਿਗੁਰੂ ਗੁਰਮੰਤਰ ਜਪਦੇ ਨੇ ਤੇ ਨਾਲ ਖੇਡ ਸਮਝ ਵੀ ਆਉਂਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਕਿਹਾ, ਨਾਨਕ ਨੀਚ ਕਹੈ ਵਿਚਾਰ। ਆਪਾਂ ਪੜ੍ਹੀ ਜਾ ਰਹੇ ਹਾਂ, ਵਿਚਾਰ ਨਹੀਂ ਕਰਦੇ। ਜਦੋਂ ਵਿਚਾਰ ਕਰਾਂਗੇ ਵੀ ਲਿਖਿਆ ਕੀ ਹੈ, ਤੇ ਫਿਰ ਸਮਝ ਆਏਗੀ ਵੀ ਰਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਹ ਤੇ ਮਾਇਆ ਦੀ ਗੱਲ ਕੀਤੀ ਹੈ। ਬਾਹਰ ਦੀ ਮੋਹ ਮਾਇਆ ਸਾਨੂੰ ਸਾਰਿਆਂ ਨੂੰ ਦਿਖਾਈ ਦਿੰਦੀ ਹੈ। ਜਿੱਦਾਂ ਆਪਾਂ ਕਹਿ ਦਿੰਦੇ ਹਾਂ ਘਰ ਪਰਿਵਾਰ ਮਾਇਆ, ਪੈਸੇ ਧੇਲਾ ਜਾਇਦਾਦ ਸਭ ਮਾਇਆ ਜੀ, ਪਰ ਜਿਹੜੀ ਅੰਦਰ ਦੀ ਮਾਇਆ, ਜਿਹੜੀ ਅਦ੍ਰਿਸ਼ਟ ਹੈ, ਜਿਹੜੀ ਦਿਖਾਈ ਨਹੀਂ ਦਿੰਦੀ, ਉਹਦੇ ਤੋਂ ਬਚਣ ਵਾਸਤੇ ਸਾਨੂੰ ਗਿਆਨ ਹੋਣਾ ਜ਼ਰੂਰੀ ਹੈ ਗੁਰੂ ਦਾ। ਜਦੋਂ ਆਪਾਂ ਗਿਆਨ ਲਵਾਂਗੇ ਫਿਰ
ਵਾਹਿਗੁਰੂ 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 ਵਾਹਿਗੁਰੂ। ਜਦੋਂ ਅਸੀਂ ਪੂਰਨ ਗਿਆਨ ਲਵਾਂਗੇ ਨਾ ਗੁਰਬਾਣੀ ਦਾ, ਫਿਰ ਸਾਨੂੰ ਪਤਾ ਲੱਗੇਗਾ ਵੀ ਰਜਗੁਣ, ਤਮਗੁਣ ਤੇ ਸਤਗੁਣ ਤਿੰਨ ਪੌੜੀਆਂ ਨੇ, ਜੀਵਨ ਦੀਆਂ ਤਿੰਨ ਅਵਸਥਾਵਾਂ ਨੇ ਜਿਹਦੇ ਵਿੱਚੋਂ ਦੀ ਮਨ ਲੰਘਦਾ। ਤਮੋ ਗੁਣ ਕਿਹਨੂੰ ਕਿਹਾ? ਸਭ ਤੋਂ ਥੱਲੇ ਦੇ ਵਿਚਾਰ ਫੁਰਨੇ ਜਿਨ੍ਹਾਂ ਦੇ ਅੰਦਰ ਚੱਲਦੇ ਨੇ, ਜਿਹਨੂੰ ਕਿਹਾ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਵਿੱਚ ਫਸੇ ਰਹਿੰਦੇ ਨੇ, ਜਿਹੜੇ ਬਸ ਇਹੀ ਸੋਚਦੇ ਨੇ, ਉਹ ਨੇ ਤਮੋ ਗੁਣੀ। ਹੁਣ ਉਸ ਤੋਂ ਬਾਅਦ ਅਗਲੀ ਪੌੜੀ ਹੈ ਰਜੋ ਗੁਣ ਦੀ, ਆਪਣੇ ਘਰ ਪਰਿਵਾਰ ਬਾਰੇ ਸੋਚਣਾ। ਹਾਲਾਂਕਿ ਜੇ ਮੈਂ ਇੱਥੇ ਇੱਕ ਗੱਲ ਕਹਿ ਦਵਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਨਾ ਨਹੀਂ ਜੇ ਕੀਤਾ ਕਿਸੇ ਗੱਲ ਤੋਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮਨਾ ਨਹੀਂ ਜੇ ਕੀਤਾ, ਪਰ ਉਹਦੀ ਇੱਕ ਬੰਦਸ਼ ਬਣਾਈ ਹੈ, ਉਹਦੀ ਇੱਕ ਦੀਵਾਰ ਬਣਾਈ ਹੈ ਵੀ ਇਹ ਇੱਕ ਲੀਕ ਖਿੱਚੀ ਹੈ, ਇਹ ਤੋਂ ਪਾਰ ਜਾਏਗਾ। ਤੇ ਜਿਵੇਂ ਬੱਚੇ ਨੇ ਕੋਈ ਗਲਤੀ ਕਰਨ, ਤੁਸੀਂ ਉਹਨਾਂ ਨੂੰ ਝਿੜਕਦੇ ਜੇ, ਇਹ ਕ੍ਰੋਧ ਕਰਨਾ ਜ਼ਰੂਰੀ ਹੈ, ਪਰ ਜੇ ਤੁਸੀਂ ਇਸ ਤੋਂ ਬਾਹਰ ਜਾਂਦੇ ਹੋ ਫਿਰ ਤੁਸੀਂ ਉਸ ਦਾਇਰੇ 'ਚ ਫਸਦੇ ਹੋ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ। ਤੁਸੀਂ ਸਾਰੇ ਪੜ੍ਹੇ ਲਿਖੇ ਗੁਰਮੁਖ ਪਿਆਰੇ ਬੈਠੇ ਹੋ, ਸਿਰਫ ਇੰਨੀ ਗੱਲ ਇਸ਼ਾਰਾ ਮਾਤਰ ਹੀ, ਮਨਾ ਨਹੀਂ ਕੀਤਾ ਸਤਿਗੁਰਾਂ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਜਿਨ੍ਹਾਂ ਨੂੰ ਫੁਰਨੇ ਵਿਚਾਰ ਚੱਲਦੇ ਰਹਿੰਦੇ ਨੇ, ਉਹ ਨੇ ਤਮੋ ਗੁਣ 'ਚ ਫਸੇ। ਰਜੋ ਗੁਣ ਦਾ ਫੁਰਨਾ ਕੀ ਹੈ? ਘਰ ਪਰਿਵਾਰ ਬਾਰੇ ਸੋਚੀ ਜਾਣਾ, ਸਿਮਰਨ ਕਰਨਾ ਹੀ ਨਹੀਂ, ਰੱਬ ਦਾ ਨਾਮ ਲੈਣਾ ਹੀ ਨਹੀਂ, ਗੁਰੂ ਘਰ ਜਾਣਾ ਹੀ ਨਹੀਂ। ਬਸ ਜੀ ਆਪਾਂ ਕਿਸੇ ਦਾ ਮਾੜਾ ਨਹੀਂ ਕਰਦੇ, ਅਸੀਂ ਸੱਚ ਬੋਲਦੇ ਹਾਂ, ਅਸੀਂ ਆਹ ਕਰਦੇ ਹਾਂ, ਅਸੀਂ ਉਹ, ਆਪਣੇ ਆਪ ਦੀ ਵਡਿਆਈ ਕਰੀ ਜਾਣੀ, ਉਹ ਹੈ ਰਜੋ ਗੁਣ। ਜ਼ਮੀਨਾਂ ਜਾਇਦਾਦਾਂ ਦੇ ਪਿੱਛੇ ਪੈ ਰਹਿਣਾ, ਆ ਵੀ ਇਕੱਠਾ ਕਰ ਲਈਏ, ਉਹ ਵੀ ਪਲਾਟ ਸਾਡਾ ਹੋ ਜੇ, ਆ ਵੀ, ਬਸ ਮਨਾ ਨਹੀਂ ਕੀਤਾ। ਮੈਂ ਫੇਰ ਇੱਕ ਗੱਲ ਕਹਾਂ, ਉਸ ਤੋਂ ਬਾਅਦ ਇਹ ਸਤੋ ਗੁਣ। ਸਤੋ ਗੁਣੀ ਜਿਹੜੇ ਗੁਰਮੁਖ ਨੇ ਸੇਵਾ ਕਰਦੇ ਨੇ, ਹੱਥਾਂ ਨਾਲ ਲੰਗਰ ਲਾਉਂਦੇ ਨੇ, ਮਨੁੱਖਤਾ ਦੀ ਸੇਵਾ ਕਰਦੇ ਨੇ, ਉਹ ਹੈ ਸਤੋ ਗੁਣ ਤੱਕ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਤਿੰਨਾਂ ਨੂੰ ਛੱਡ ਕੇ ਚੌਥੇ 'ਚ ਜਾਣਾ ਪੈਣਾ, ਉਹਨੂੰ ਕਿਹਾ ਸੰਤ ਕਾ ਮਾਰਗ, ਜਿਹਦੇ ਪ੍ਰਥਾਏ ਸਤਿਗੁਰਾਂ ਸਮਝਾਇਆ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਵੇ, ਕੋਈ ਵੱਡਿਆਂ ਭਾਗਾਂ ਵਾਲਾ ਹੈ। ਕੋਟ ਮਧੇ ਕੋ ਵਿਰਲਾ ਸੇਵਕ, ਕੋਈ ਵਿਰਲਾ ਵਿਰਲਾ। ਕੋਟਨ ਮਹਿ ਨਾਨਕ ਕਉ ਨਾਰਾਇਣ ਜਿਹ ਚੀਤ, ਜਿਹਦਾ ਮਾਲਕ ਨਾਲ ਚਿੱਤ ਜੁੜਦਾ ਕੋਈ ਕਰੋੜਾਂ ਚੋਂ ਇੱਕ। ਤੇ ਫਿਰ ਇਹਦਾ ਮਤਲਬ ਇਹ ਬੜੀ ਔਖੀ ਕਹਾਣੀ ਹੈ। ਆਖਣ ਔਖਾ ਸਾਚਾ ਨਾਉ ਐਡਾ ਸੌਖਾ ਨਹੀਂ ਹੈ ਜਿੰਨਾ ਅਸੀਂ ਸਮਝ ਕੇ ਬਹਿ ਗਏ ਹਾਂ। ਸਮਝਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਜਿਸ ਖੇਡ ਨੂੰ ਖੇਡਣਾ ਉਹਦਾ ਸਮਝ ਬੜੀ ਜ਼ਰੂਰੀ ਹੈ, ਫਿਰ ਅਸੀਂ ਉਹ ਜਿੱਤ ਪ੍ਰਾਪਤ ਕਰ ਸਕਦੇ ਹਾਂ, ਨਹੀਂ ਤੇ ਨਹੀਂ। ਕੋਈ ਵੀ ਲੜਾਈ ਲੜਨੀ ਹੋਵੇ ਪਹਿਲਾਂ ਉਹਦੀ ਪਲਾਨਿੰਗ ਕਰਨੀ ਪੈਂਦੀ ਹੈ। ਬਾਹਰ ਦੀ ਜਿੱਤ ਆਪਾਂ ਜਿੱਦਾਂ ਪ੍ਰਾਪਤ ਕੀਤੀ, ਅਸੀਂ ਆਪਣੀ ਅੰਦਰ ਦੀ ਜਿੱਤ ਵੀ ਪ੍ਰਾਪਤ ਕਰਨੀ, ਇਹਨਾਂ ਪੰਜਾਂ ਤੇ ਜਿੱਤ ਪ੍ਰਾਪਤ ਕਰਨੀ ਹੈ। ਕੀ ਸਮਝਾਇਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ? ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵਾ। ਦੱਸੋ ਕਿੰਨੇ ਘਰਾਂ 'ਚ ਕੀਰਤਨ ਹੁੰਦਾ? ਸਤਿਗੁਰਾਂ ਸਮਝਾਇਆ ਸੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕਿ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇਨ ਬਿਦ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਹਿ ਲਾਗੇ ਪੀਰ। ਦੱਸੋ ਤੁਹਾਡੇ ਚੋਂ ਕਿੰਨੇ ਦਿਨ ਰਾਤ ਨਾਮ ਜਪਦੇ ਨੇ? ਕਿੰਨਾ ਕੁ ਆਪਾਂ ਇਕੱਠੇ ਬਹਿ ਕੇ ਸਿਮਰਨ ਕਰਦੇ ਹਾਂ? ਇਹਦਾ ਮਤਲਬ ਸਤਿਗੁਰੂ ਕੁਝ ਹੋਰ ਸਮਝਾਉਂਦੇ ਨੇ, ਅਸੀਂ ਕੁਝ ਹੋਰ ਕਰਦੇ। ਮਨ ਨੂੰ ਜਿੱਤਣਾ, ਮਨ ਜੀਤੈ ਜਗ ਜੀਤ। ਬਾਹਰ ਦੀਆਂ ਜਿੱਤਾਂ ਜੜੀਆਂ ਪ੍ਰਾਪਤ ਕਰ ਲਈਆਂ, ਪਰ ਅੰਦਰ ਦੀ ਜਿੱਤ ਜਿੰਨੀ ਦੇਰ ਤੱਕ ਪ੍ਰਾਪਤ ਨਹੀਂ ਹੁੰਦੀ, ਅਸੀਂ ਪ੍ਰਵਾਨ ਨਹੀਂ ਜੇ। ਆਵਾਗਮਨ ਸਾਡਾ ਖਤਮ ਨਹੀਂ ਹੋ ਸਕਦਾ। ਇਸ ਕਰਕੇ ਗੁਰਮੁਖ ਪਿਆਰਿਓ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਜਿੱਥੇ ਆਪਾਂ ਬਾਹਰ ਜਿੱਤ ਪ੍ਰਾਪਤ ਕੀਤੀ ਹੈ, ਉੱਥੇ ਅੱਜ ਤੋਂ ਬਾਅਦ ਅੱਗੇ ਸਮਝ ਚਲੋ, ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ। ਹੁਣ ਅਸੀਂ ਸਿਮਰਨ ਅਭਿਆਸ ਕਰਿਆ ਕਰੀਏ। ਸੋ ਗੁਰਮੁਖ ਪਿਆਰਿਆਂ ਨਾਲ ਮਿਲਾਪ ਹੋਇਆ ਜਦੋਂ, ਬੜੀ ਖੁਸ਼ੀ ਹੋਈ ਕਿ ਮਹਾਰਾਜ ਦੀ ਕਿਰਪਾ ਨਾਲ ਬੜੀ ਨਗਰ ਤੇ ਚੜ੍ਹਦੀ ਕਲਾ ਹੈ। ਤੁਸੀਂ ਸਾਰੇ ਗੁਰਮੁਖ ਪਿਆਰੇ ਸਿਮਰਨ ਵੀ ਕਰਦੇ ਹੋ। ਇੱਥੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸਮਾਗਮ ਵੀ ਹੁੰਦੇ ਨੇ। ਸਾਰਾ ਨਗਰ ਬੜਾ ਵਧੀਆ ਲੱਗਿਆ, ਗੁਰੂ ਘਰ ਦੀ ਦੇਖ ਰੇਖ ਸਾਂਭ ਸੰਭਾਲ। ਸਭ ਤੋਂ ਵੱਡੀ ਖੁਸ਼ੀ ਹੋਈ ਗੁਰੂ ਘਰ ਦੇ ਵਜ਼ੀਰ ਜਦੋਂ ਕੀਰਤਨ ਕਰਦੇ ਵੇਖੇ। ਨਹੀਂ ਤੇ ਸੱਚ ਜਾਣਿਓ, ਗੁਰੂ ਦੀ ਹਜ਼ੂਰੀ 'ਚ ਬਹਿ ਕੇ ਆਪਾਂ ਇਹ ਗੱਲ ਤੁਹਾਨੂੰ ਕਹਿ ਰਹੇ ਹਾਂ, ਐਸੇ ਪਿੰਡਾਂ 'ਚ ਜਾਣ ਦਾ ਮੌਕਾ ਮਿਲਦਾ ਜਿੱਥੇ ਜਾ ਕੇ ਬਾਬਾ ਜੀ ਪਰਾਂ ਹੋ ਜਾਂਦੇ। ਉਹ ਕਹਿੰਦੇ ਜੀ ਸਾਨੂੰ ਅਰਦਾਸ ਵੀ ਨਹੀਂ ਆਉਂਦੀ, ਸਾਨੂੰ ਹੁਕਮਨਾਮਾ ਵੀ ਨਹੀਂ ਆਉਂਦਾ। ਫਿਰ ਬਾਬਾ ਜੀ ਤੁਸੀਂ, ਉਹ ਕਹਿੰਦੇ ਜੀ ਸਾਨੂੰ ਇਹ ਕਿਹੜਾ ਕੋਈ ਤਨਖਾਹ ਦੇਣ ਦੇ ਨੇ, ਇਦਾਂ ਹੀ ਆਪਾਂ ਦੇ ਪ੍ਰਸ਼ਾਦਾ ਪਾਣੀ ਛਕਿਆ, ਸਿਰਫ ਦਰਵਾਜ਼ਾ ਖੋਲਣ ਤੱਕ ਹੀ ਸੀਮਤ ਹੈ।
ਮਹਾਰਾਜ ਦੀ ਬੜੀ ਚੜ੍ਹਦੀ ਕਲਾ ਤੁਹਾਡੇ ਨਗਰ ਤੇ, ਤੁਸੀਂ ਸਾਰੇ ਇੰਨਾ ਉਪਰਾਲਾ ਕਰਦੇ ਜੇ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਨੂੰ ਉਸ ਅੰਮ੍ਰਿਤ ਦੀ ਗੱਲ ਕਰਦੇ ਨੇ। ਕਿਹੜਾ ਅੰਮ੍ਰਿਤ? ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਹੜਾ ਗੁਰੂ ਨੇ ਸਾਨੂੰ ਅੰਮ੍ਰਿਤ ਦਿੱਤਾ ਸੀ, ਉਹ ਅੰਮ੍ਰਿਤ ਸਾਡੇ ਅੰਦਰ ਹੈ। ਬਾਹਰੋਂ ਅੰਮ੍ਰਿਤ ਛਕਾ ਕੇ ਉਹਨੇ ਦੱਸਿਆ ਸੀ ਵੀ ਐਦਾਂ ਦਾ ਹੀ ਕੱਢ ਕੇ ਪੀ ਲਈ। ਆਓ ਸਾਰੇ ਇਹ ਸ਼ਬਦ ਵੀ ਸਰਵਣ ਕਰੀਏ, ਸਤਿਗੁਰੂ ਕੀ ਸਮਝਾ ਰਹੇ ਨੇ ਸਾਨੂੰ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੁਰ ਨਰ ਮੁਨ ਜਨ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਜੀ ਜੰਤ ਸਭ ਤੁਧ ਉਪਾਏ, ਜੀ ਜੰਤ ਸਭ ਤੁਧ ਉਪਾਏ, ਜੀ ਜੰਤ ਸਭ ਤੁਧ ਉਪਾਏ, ਜੀ ਜੰਤ ਸਭ ਤੁਧ ਉਪਾਏ। ਇੱਕ ਵੇਖ ਪਰਸਣ ਆਇਆ, ਇੱਕ ਵੇਖ ਪਰਸਣ ਆਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਲਬ ਲੋਭ ਅਹੰਕਾਰ ਝੂਠਾ, ਲਬ ਲੋਭ ਅਹੰਕਾਰ ਝੂਠਾ, ਲਬ ਲੋਭ ਅਹੰਕਾਰ ਝੂਠਾ, ਲਬ ਲੋਭ ਅਹੰਕਾਰ ਝੂਠਾ। ਸਤਿਗੁਰ ਭਲਾ ਭਾਇਆ, ਸਤਿਗੁਰ ਭਲਾ ਭਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਕਹੈ ਨਾਨਕ ਜਿਸਨੂੰ ਆਪ ਧੋਖਾ, ਕਹੈ ਨਾਨਕ ਜਿਸਨੂੰ ਆਪ ਧੋਖਾ, ਕਹੈ ਨਾਨਕ ਜਿਸਨੂੰ ਆਪ ਧੋਖਾ। ਤਿਨ ਅੰਮ੍ਰਿਤ ਗੁਰ ਤੇ ਪਾਇਆ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਵਾਹਿਗੁਰੂ 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 ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜਿਨ੍ਹਾਂ ਦੇ ਮਨ 'ਚ ਉਹਨੇ ਸੱਚੇ ਨੂੰ ਵਸਾ ਦਿੱਤਾ ਨਾ ਵਾਹਿਗੁਰੂ ਨੇ, ਉਹਦੀ ਕਿਰਪਾ ਕਰਨ ਦਾ ਇੱਕ ਵੱਖਰਾ ਤਰੀਕਾ ਹੈ। ਰਖੇ ਰਖਣ ਹਾਰ ਆਪ ਉਬਾਰਿਆਨ, ਗੁਰ ਕੇ ਪੈਰੀਂ ਪਾਏ ਕਾਜ ਸਵਾਰਿਆਨ। ਹੋਆ ਆਪ ਦਿਆਲ ਮਨੋ ਨਾ ਵਿਸਾਰਿਆਨ, ਸਾਧ ਜਨਾ ਕੇ ਸੰਗ ਭਵਜਲ ਤਾਰਿਆਨ।
ਉਹ ਜਿਹਨੂੰ ਰੱਖਣਾ ਹੁੰਦਾ ਨਾ ਉਹਨੂੰ ਫਿਰ ਇਹ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ, ਸਿਮਰਨ ਦੀ ਦਾਤ ਬਖਸ਼ਿਸ਼ ਕਰਦਾ। ਕਿਰਪਾ ਕਰੇ ਜੇ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਇਹ ਵਧਾਈ ਹੈ ਤਿਉਂ ਤਿਉਂ ਹਰਸਿਓ ਰੰਗ। ਜਿੱਦਾਂ ਜਿੱਦਾਂ ਫਿਰ ਇਹ ਕੋਈ ਮਿਹਨਤ ਕਰਦਾ ਹੈ, ਮਸ਼ੱਕਤ ਕਰਦਾ ਹੈ, ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਮਿਹਨਤ ਸਾਡੇ ਹੱਥ ਹੈ। ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਵੀ ਆ ਰਿਹਾ ਤੇ ਭਗਤ ਰਵਿਦਾਸ ਕੋਲ ਜਦੋਂ ਰਾਜਾ ਪੀਪਾ ਪਹੁੰਚੇ ਨਾ, ਆਣ ਕੇ ਕਹਿੰਦੇ ਵੀ ਮੈਂ ਬੜੀ ਮਹਿਮਾ ਸੁਣੀ ਹੈ, ਜੁੱਤੀਆਂ ਗੰਢਦੇ ਹੋ ਤੁਸੀਂ, ਇੱਥੋਂ ਗੰਗਾ ਪ੍ਰਗਟ ਕਰ ਦਿੱਤੀ ਹੈ ਤੁਸੀਂ ਉਹ ਪਾਣੀ ਦੇ ਵਿੱਚੋਂ, ਬੜੀ ਮਹਿਮਾ, ਤੁਸੀਂ ਸਾਰਿਆਂ ਇਤਿਹਾਸ ਸੁਣਿਆ ਹੈ, ਕਿਰਪਾ ਕਰੋ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਹੁਣ ਸਾਧੂ ਦਾ ਆਪਣਾ ਆਪਣਾ ਤਰੀਕਾ ਹੁੰਦਾ ਪਰਖ ਕਰਨ ਦਾ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਮਹਾਰਾਜ ਨੇ ਸੰਤਾਂ ਨੂੰ ਉਹ ਕੁੰਜੀ ਬਖਸ਼ਿਸ਼ ਕੀਤੀ ਹੈ, ਪਰ ਨਾਲ ਇੱਕ ਕੰਧ ਵੀ ਹੈ, ਸਟੈਕਸ਼ਨ ਵੀ ਹੈ ਇੱਕ ਨਾਲ। ਕਿਹੜੀ? ਰਾਮ ਪਦਾਰਥ ਪਾਈ ਕੈ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ। ਜਿਹੜਾ ਗਾਹਕ ਨਹੀਂ ਹੈ ਨਾ ਇਹਦਾ, ਉਹਨੂੰ ਇਹ ਦਾਤ ਨਹੀਂ ਦੇਣੀ। ਧੱਕੇ ਨਾਲ ਨਾਮ ਨਹੀਂ ਕਿਸੇ ਨੂੰ। ਮੈਂ ਤਾਂ ਬੇਨਤੀ ਕਰਾਂਗਾ ਧੱਕੇ ਨਾਲ ਅੰਮ੍ਰਿਤ ਵੀ ਨਾ ਛਕਾਓ ਕਿਸੇ ਨੂੰ, ਨਾ ਛਕਾਓ। ਫਰੀ ਕਕਾਰ ਲਿਜਾ ਕੇ ਤੁਸੀਂ ਅੰਮ੍ਰਿਤ ਛਕਾ ਦਿੰਦੇ ਹੋ, 5-7 ਦਿਨ ਜਾਂ ਉਸ ਤੋਂ ਬਾਅਦ ਕਿੱਲੀਆਂ ਤੇ ਮਿਲਦੇ ਨੇ ਟੰਗੇ। ਜਿੰਨੀ ਦੇਰ ਤੱਕ ਮਨ ਉਸ ਅਵਸਥਾ ਵਿੱਚ ਨਹੀਂ ਪਹੁੰਚਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਇਹ ਬਾਣਾ ਵੀ ਕਿਸੇ ਨੂੰ ਨਹੀਂ ਦੇਣਾ ਚਾਹੀਦਾ। ਅਸੀਂ ਉੱਥੇ ਜਾ ਕੇ ਲੰਗਰ ਲਾਏ ਨੇ ਜਿੱਥੋਂ ਸਾਨੂੰ ਅੱਗੋਂ ਚਪੇੜਾਂ ਪਈਆਂ ਨੇ, ਅਸੀਂ ਉੱਥੇ ਜਾ ਕੇ ਸੇਵਾ ਕਰਦੇ ਹਾਂ ਜਿੱਥੋਂ ਸਾਨੂੰ ਅੱਗੋਂ ਡਾਂਗਾਂ ਪੈਂਦੀਆਂ ਨੇ, ਅਸੀਂ ਉਹਨਾਂ ਦੇ ਗਲਾਂ 'ਚ ਹਾਰ ਪਾਏ ਜਿਨ੍ਹਾਂ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਕਰ ਦਿੱਤਾ। ਅਸੀਂ ਆਪਣੀ ਕੌਮ ਬਾਰੇ ਨਹੀਂ ਜੇ ਸੋਚਿਆ, ਜੇ ਨਾ ਜਾਗੇ ਅਸੀਂ, ਸਾਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪਏਗਾ। ਇਹ ਗੱਲ ਆਪਾਂ ਯਾਦ ਰੱਖੀਏ ਸਾਰੇ ਹੀ। ਆਪਣੀ ਕੌਮ ਨੂੰ ਬਚਾਓ, ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਬਚਾਓ, ਸਿੱਖੀ ਵਾਲੇ ਪਾਸੇ ਲਾਓ। ਉਹਦਾ ਇੱਕੋ ਇੱਕ ਤਰੀਕਾ ਹੈ, ਪਹਿਲਾਂ ਅਸੀਂ ਆਪ ਸਿਮਰਨ ਕਰਨਾ ਸ਼ੁਰੂ ਕਰੀਏ, ਆਪਣੇ ਘਰਾਂ ਦਾ ਮਾਹੌਲ ਉਦਾਂ ਦਾ ਬਣਾਈਏ। ਭਗਤ ਪੀਪਾ ਜੀ ਨੇ ਆ ਕੇ, ਭਗਤ ਪੀਪਾ ਜੀ ਉਹ ਬਾਅਦ ਚ ਬਣੇ ਨੇ, ਪਹਿਲਾਂ ਰਾਜਾ ਪੀਪਾ ਆ ਕੇ ਬੇਨਤੀ ਕੀਤੀ ਸਾਨੂੰ ਨਾਮ ਦਿਓ। ਉਹਨਾਂ ਕਿਹਾ ਜਿਹੜਾ ਭਰਿਆ ਹੈ ਨਾ ਬਾਟਾ ਇਹ ਛਕ ਲਾ, ਫਿਰ ਸਾਰਾ ਦਾ ਸਾਰਾ ਝੋਲੀ ਚ ਪਾਉਣ ਲੱਗੇ। ਹੱਥ ਪਛਾਂ ਖਿੱਚੇ, ਕਹਿੰਦੇ ਇੰਨਾ ਗੰਦਾ ਵਿੱਚ ਟੁੱਟੇ ਛਿੱਤਰ ਪਏ ਨੇ, ਇਹ ਪੀਵਾਂਗਾ ਮੈਂ? ਸ਼ਰਧਾ ਨਹੀਂ ਹੈ। ਇਤਿਹਾਸਕਾਰ ਲਿਖਦਾ, ਕਹਿੰਦਾ ਉਹ ਜਿਹੜਾ ਭਰਿਆ ਬਾਟਾ ਸੀ ਨਾ ਥੋੜਾ ਬਹੁਤਾ ਬਾਹਾਂ ਤੇ ਡੁੱਲ ਗਿਆ ਤੇ ਰਾਹ 'ਚ ਜਾਂਦਾ ਜਾਂਦਾ ਸੋਚਦਾ, ਕਹਿੰਦਾ ਬੜੇ ਗਲਤ ਬੰਦੇ ਕੋਲ ਚਲਾ ਗਿਆ, ਕਿਉਂਕਿ ਅਸੀਂ ਸੰਤ ਦੀ ਪਰਿਭਾਸ਼ਾ ਹੀ ਨਹੀਂ ਜਾਣਦੇ ਵੀ ਸੰਤ ਕਹਿੰਦੇ ਕਿਹਨੂੰ ਨੇ। ਅਸੀਂ ਗੱਡੀ ਦੇਖਦੇ ਹਾਂ ਵੀ ਵੱਡੀ ਗੱਡੀ 'ਚ ਉਤਰੇ ਵੱਡੇ ਹੀ ਸੰਤ ਹੋਣੇ ਨੇ, ਵਾਹ ਦੁਨੀਆ ਦੀ ਭੀੜ ਹੈ ਨਾਲ ਬੜੇ ਤਗੜੇ ਗੁਰਮੁਖ ਹੋਣੇ ਨੇ, ਭੀੜ ਭੜਕਿਆਂ 'ਚ ਗੁਰਮੁਖ ਨਹੀਂ ਲੱਭਦੇ। ਸੰਤ ਦੀ ਪਰਿਭਾਸ਼ਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝਾਈ ਹੈ। ਪਹਿਲਾਂ ਕੀ ਸਮਝਾਇਆ? ਗੱਜ 3.5 ਧੋਤੀਆਂ ਤੇਰੇ ਪਾਇਣ ਤੱਕ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨੇ ਬਾਗੋ ਹਰ ਕੇ ਸੰਤ ਨਾ ਕੀਏ, ਬਨਾਰਸ ਕੇ ਠੱਗ। ਕਹਿੰਦੇ ਮਾਰੇ, ਕਹਿੰਦੇ ਕਿਤੇ ਵੇਸ ਭੂਸ਼ਾ ਦੇ ਕੇ ਸੰਤ ਨਾ ਸਮਝ ਬੈਠੇ। ਜਿਨੀ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਸੰਤ ਹਮੇਸ਼ਾ ਨਾਮ ਜਪਾਉਂਦਾ ਹੈ, ਨਾਮ ਜਪਦਾ ਤੇ ਜਪਾਉਂਦਾ। ਉਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜੇਗਾ, ਬਾਣੀ ਨਾਲ ਜੋੜੇਗਾ। ਤੇ ਜਦੋਂ ਇਹ ਮਨ ਵਿਪਰਨ ਕੀ ਰੀਤ ਚਲਾ ਜਾਵੇ, ਫਿਰ ਇਹ ਕਹਿੰਦਾ ਵੀ ਮੇਰੇ ਤੋਂ ਵੱਡਾ ਨਹੀਂ ਜੇ ਕੋਈ, ਮੈਨੂੰ ਇੰਨੇ ਪੈਸੇ ਦਿਓ ਮੈਂ ਤੁਹਾਡਾ ਭਲਾ ਕਰ ਦਾਂਗਾ। ਅਸੀਂ ਕਰਦੇ ਵੀ ਇਦਾਂ ਹੀ ਆ। ਸੰਤ ਨਾ ਅਸੀਂ ਜਾਣਦੇ ਹੀ ਨਹੀਂ ਸੰਤ ਕਹਿੰਦੇ ਕਿਹਨੂੰ। ਖੈਰ ਜਦੋਂ ਆ ਕੇ ਬੇਨਤੀ ਕੀਤੀ ਮੈਨੂੰ ਨਾਮ ਦਿਓ, ਮਹਾਰਾਜ ਜਿਹੜੇ ਭਗਤ ਰਵਿਦਾਸ ਨੇ, ਗੁਰੂ ਰਵਿਦਾਸ ਨੇ, ਉਹਨਾਂ ਨੇ ਫੜ ਕੇ ਬਾਟਾ ਜਦੋਂ ਝੋਲੀ 'ਚ ਪਾਉਣ ਲੱਗੇ, ਅੱਧਾ ਪਚੱਧਾ ਡੁੱਲ ਗਿਆ। ਰਾਹ 'ਚ ਜਾਂਦਿਆਂ ਜਾਂਦਿਆਂ ਕਹਿੰਦਾ ਗਲਤ ਬੰਦੇ ਕੋਲ ਚਲਾ ਗਿਆ। ਇਹਨੂੰ ਤੇ ਪਤਾ ਹੀ ਨਹੀਂ, ਵੀ ਇਹਨੂੰ ਤਹਿਜ਼ੀਬ ਹੀ ਨਹੀਂ, ਇਹਨੂੰ ਅਕਲ ਹੀ ਨਹੀਂ। ਕਈ ਗੱਲਾਂ ਕਰਦਾ ਜਾਂਦਾ ਹੈ ਤੇ ਉਹ ਪੋਸ਼ਾਕ ਲਾ ਕੇ ਨਾ ਜਾਂਦਿਆਂ ਜਾਂਦਿਆਂ ਕਿਸੇ ਨੂੰ ਫੜਾਤੀ। ਉਹ ਧੋਬੀ ਸੀ, ਫੜਾਤੀ ਕਿਸੇ ਨੂੰ, ਕਹਿੰਦਾ ਲੈ ਤੂੰ ਲੈ ਜਾ। ਉਹ ਗਰੀਬ ਸੀ, ਉਹਨੇ ਦੇਖਿਆ ਵੀ ਏਡੀ ਕੀਮਤੀ ਪੋਸ਼ਾਕ ਹੈ, ਲੈ ਕੇ ਚਲਾ ਗਿਆ।
ਜਾ ਕੇ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਵੀ ਆ ਰਸਤੇ 'ਚ ਜਾਂਦਿਆਂ ਜਾਂਦਿਆਂ ਗਾਲਾਂ ਕੱਢਦਾ ਜਾਂਦਾ ਸੀ ਰਾਜਾ, ਉਹ ਮੈਨੂੰ ਫੜਾ ਗਿਆ, ਕਹਿੰਦਾ ਆ ਚੱਕਰ ਆ। ਸਾਰੀ ਗੱਲ ਵੀ ਦੱਸੀ। ਹੁਣ ਜਿਹੜੀ ਧੋਬਣ ਸੀ ਨਾ, ਜਦੋਂ ਉਹਨੂੰ ਗੱਲ ਦਾ ਪਤਾ ਲੱਗਿਆ ਨਾ, ਉਹਨੇ ਧੋਣ ਤੋਂ ਪਹਿਲਾਂ ਉਹ ਜਿਹੜੀ ਬਾਂਹ ਦੇ ਉੱਤੇ ਡੁੱਲਿਆ ਪਿਆ ਸੀ ਨਾ, ਉਹਨੂੰ ਨਿਚੋੜ ਕੇ ਤੇ ਆਪਣੇ ਮੁਖ 'ਚ ਪਾਇਆ। ਦੋ ਜਹਾਨਾਂ ਦਾ ਗਿਆਨ ਹੋ ਗਿਆ, ਦੋ ਜਹਾਨਾਂ ਦਾ ਗਿਆਨ ਹੋ ਗਿਆ। ਇਹ ਤੁਹਾਡਾ ਇਤਿਹਾਸ, ਜੇ ਮਾਨਮੱਤਾ ਇਤਿਹਾਸ ਪੜ੍ਹ ਕੇ ਵੇਖਿਓ ਵੀ ਇਦਾਂ ਦੇ ਭਗਤ ਵੀ ਸਾਡੇ ਕੋਲ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਬੈਠੇ ਨੇ। ਤੇ ਜਦੋਂ ਰਾਜੇ ਪੀਪੇ ਨੂੰ ਪਤਾ ਲੱਗਾ ਵੀ ਉਹ ਜਿਹੜੀ ਧੋਬਣ ਹੈ, ਉਹ ਤੇ ਕਹਿੰਦੇ ਉਹਨੂੰ ਦੋ ਜਹਾਨਾਂ ਦਾ ਗਿਆਨ ਹੋ ਗਿਆ, ਉਹ ਤੇ ਸਾਰਿਆਂ ਨੂੰ ਦੱਸੀ ਜਾਂਦੀ ਹੈ ਤੈਨੂੰ ਆਹ ਰੋਗ ਹੈ, ਇਦਾਂ ਕਰੇਗਾ ਤਾਂ ਹਟੇਗਾ। ਸਾਰਾ ਆਉਣ ਵਾਲੇ ਭਵਿੱਖ ਬਾਰੇ ਵੀ ਪਤਾ ਲੱਗ ਗਿਆ, ਉਹਨੂੰ ਆਪਣੇ ਪਿਛਲੇ ਜਨਮਾਂ ਦਾ ਵੀ ਪਤਾ ਲੱਗ ਗਿਆ। ਸਾਰੀ ਉਹਦੀ ਧੋਬਣ ਦੀ ਮਹਿਮਾ ਸੁਣ ਕੇ ਜਾ ਕੇ ਦੁਬਾਰਾ ਬੇਨਤੀ ਕੀਤੀ, ਮੇਰੇ ਕੋਲ ਗਲਤੀ ਹੋ ਗਈ ਹੈ। ਭਗਤ ਰਵਿਦਾਸ ਜੀ ਰਾਜੇ ਪੀਪੇ ਨੇ, ਉਹਨੇ ਕਿਹਾ ਇਹ ਉਦੋਂ ਮੌਕਾ ਸੀ, ਉਹ ਮੌਕਾ ਸੀ, ਉਹ ਗਵਾ ਚੁੱਕਾ ਹੈ। ਤੈਨੂੰ ਆਪਣੀ ਕਮਾਈ ਚੋਂ ਦੇਣ ਲੱਗੇ ਸੀ, ਤੂੰ ਪਾ ਨਹੀਂ ਸਕਿਆ ਕਿਉਂਕਿ ਤੇਰੀ ਕਮਾਈ ਨਹੀਂ ਸੀ, ਤੇਰੇ ਪੂਰਵਲੇ ਜਨਮ ਨਹੀਂ ਸਨ, ਨਹੀਂ ਸੰਭ ਸਕਿਆ ਤੂੰ। ਹੁਣ ਤੈਨੂੰ ਆਪ ਮਿਹਨਤ ਕਰਨੀ ਪੈਣੀ ਹੈ। ਉਹ ਕਹਿੰਦੇ ਫਿਰ ਤੇਰੇ ਆਸ਼ੀਰਵਾਦ ਤੋਂ ਬਿਨਾ ਮੈਂ ਇਹ ਵੀ ਨਹੀਂ ਕਰ ਸਕਦਾ, ਜੇ ਤੇਰੀ ਨਿਗਾਹ ਸਵੱਲੀ ਨਾ ਹੋਏ ਤੇ ਮੈਂ ਇਹ ਵੀ ਨਹੀਂ ਕਰ ਸਕਦਾ। ਉਹਨੇ ਕਿਹਾ ਜਾ ਫਿਰ, ਜੇ ਨੀਵਾਂ ਹੋ ਕੇ ਆ ਗਿਆ ਤੇ ਮਹਾਰਾਜ ਕਿਰਪਾ ਕਰਨਗੇ ਤੇਰੇ ਤੇ। ਉਹ ਫਿਰ ਇੰਨੀ ਭਗਤੀ ਕੀਤੀ ਵੀ ਰਾਜਾ ਪੀਪੇ ਤੋਂ ਭਗਤ ਪੀਪਾ ਬਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਰਾਜਮਾਨ ਹੋ ਗਏ। ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਵਾਹਿਗੁਰੂ ਗੁਰਮੰਤਰ ਜਪਿਆ ਹੈ। ਇਹ ਉਹਨਾਂ ਦੀ ਗੱਲ ਹੈ ਜਿਹੜੇ ਸਿਮਰਨ ਕਰਦੇ ਨੇ। ਬਾਹਰ ਦੀਆਂ ਜਿੱਤਾਂ ਪ੍ਰਾਪਤ ਕਰਨੀਆਂ ਬੜੀ ਸੌਖੀ ਗੱਲ ਹੈ ਤੇ ਔਖਾ, ਪਰ ਬੜਾ ਸੌਖਾ ਜੇ ਅੰਦਰ ਦੀ ਜਿੱਤ ਪ੍ਰਾਪਤ ਕਰਨੀ ਬੜਾ ਔਖਾ ਕਰਮ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਅੰਦਰ ਦੀ ਗੱਲ ਹੀ ਦੱਸਦੀ ਸਾਰੀ। ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਤੇਰਾ ਸਮਾਂ ਲੰਘਦਾ ਜਾ ਰਿਹਾ। ਉਹ ਜਿਹੜੇ ਸ਼ਹੀਦ ਨੇ, ਆਓ ਉਹਨਾਂ ਨੂੰ ਵੀ ਯਾਦ ਕਰੀਏ ਜਿਨ੍ਹਾਂ ਨੇ ਸਾਡੇ ਵਾਸਤੇ ਸ਼ਹਾਦਤ ਪ੍ਰਾਪਤ ਕੀਤੀ ਮੋਰਚੇ ਦੇ ਵਿੱਚ। ਹੁਣ ਇੱਕ ਗੱਲ ਹੈ ਕਿ ਸ਼ਹਾਦਤ ਪ੍ਰਾਪਤ ਕਰਨਾ, ਜਿਵੇਂ ਅਮਰੀਕਾ ਦੇ ਵਸਨੀਕ ਬਣਨਾ, ਜੇ ਕੋਈ ਬਣ ਜਾਏ ਤੇ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਵੀ ਉਹ ਅਮਰੀਕਾ 'ਚ ਵਸਨੀਕ ਬਣ ਗਏ। ਪਰ ਅਮਰੀਕਾ 'ਚ ਜਾ ਕੇ ਉਹਨੇ ਬਿਜ਼ਨਸ ਖੜਾ ਕਰ ਲਿਆ, ਉਹ ਬੜਾ ਤਗੜਾ ਉੱਥੋਂ ਦਾ ਵਪਾਰੀ ਬਣ ਗਿਆ ਹੈ। ਇਹ ਹੋਰ ਵੱਡੀ ਗੱਲ ਹੈ, ਮਾਨਮੱਤੀ ਗੱਲ ਹੈ। ਸ਼ਹੀਦ ਬਣਨਾ ਬੜੀ ਵੱਡੀ ਗੱਲ ਹੈ। ਪਰ ਜਿੱਦਾਂ ਗੁਰੂ ਨੇ ਦੱਸਿਆ, ਜੇ ਕੋਈ ਏਦਾਂ ਸ਼ਹੀਦ ਬਣ ਜੇ ਫਿਰ ਉਹਦੀਆਂ ਤੇ ਕਿਆ ਹੀ ਬਾਤਾਂ ਨੇ। ਉਹਨਾਂ ਦੇ ਪ੍ਰਥਾਏ ਸਤਿਗੁਰਾਂ ਲਿਖਿਆ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ, ਦੁਬਾਰਾ ਨਹੀਂ ਮਰਨਾ ਪੈਂਦਾ। ਆਓ ਸਾਰੇ ਉਹਨਾਂ ਨੂੰ ਵੀ ਸੱਚੀ ਸ਼ਰਧਾਂਜਲੀ ਅਰਪਿਤ ਕਰੀਏ, ਸਾਰੇ ਮਿਲ ਕੇ ਪੜੋ ਜੀ। ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ, 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 ਬਹੁਰ ਨਾ ਮਰਨਾ ਹੋਏ, ਬਹੁਰ ਨਾ
ਵੀਰ ਮਰਤਾ ਮਰਤਾ ਜਗ ਮੁਆ ਮਰ ਬਿਨ ਜਾਣੈ ਕੋਇ ਮਰ ਬਿਨ ਜਾਣੈ ਕੋਇ ਐਸੀ ਮਰਨੀ ਜੋ ਮਰੈ ਬਹੁਰ ਨ ਮਰਨਾ ਹੋਏ 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 ਐਸੀ ਮਰਨੀ ਜੋ ਮਰੈ ਬਹੁਰ ਨ ਮਰਨਾ ਹੋਏ ਐਸੀ ਮਰਨੀ ਜੋ ਮਰੈ क्या जाना किव मरहेंगे कैसा मरना होए कैसा मरना होए साहिब मनो नाम बिसरता सहला मरना होए सहला मरना होए बहुर ना 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 मरना होए ऐसी मरनी जो मरे बहुर ना मरना ऐसी मरनी जो मरे बहुर ना मरना होए बहुर ना मरना होए बहुर ना मरना होए ਜਿਹੜੇ ਇਦਾਂ ਮਰੇ ਨੇ ਨਾ ਜਿਹੜੇ ਇਦਾਂ ਮਰਦੇ ਨੇ ਜਿੱਦਾਂ ਗੁਰੂ ਦੱਸਦਾ ਉਹਨਾਂ ਨੂੰ ਦੁਬਾਰਾ ਨਹੀਂ ਮਰਨਾ ਪੈਂਦਾ ਫਿਰ ਵੈਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਪੰਕਤੀ ਦੇ ਵਿੱਚ ਹੋਰ ਗੱਲ ਸਮਝਾਈ ਹੈ ਕੀ ਕਿਹਾ ਨਾਨਕ ਜੀਵਤਿਆਂ ਮਰ ਰਹੀ ਐਸਾ ਜੋਗ ਕਮਾਈਏ ਗੱਲੀ ਜੋਗ ਨਾ ਹੋਈ ਮਹਾਰਾਜ ਕਹਿੰਦੇ ਗੱਲਾਂ ਬਾਤਾਂ ਨਾਲ ਤੇ ਬੜੇ ਤੁਸੀਂ ਜੋਗੀ ਬਣਦੇ ਹੋ ਵੀ ਬੜੇ ਅਸੀਂ ਭਗਤੀ ਵਾਲੇ ਹਾਂ ਬੜੇ ਅਸੀਂ ਸੇਵਾਦਾਰ ਹਾਂ ਬਸ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸਮਸਰ ਜਾਣੇ ਜੋਗੀ ਕਹੀਏ ਸੋਈ ਦ੍ਰਿਸ਼ਟ ਨੂੰ ਇੱਕ ਕਰਕੇ ਕਿਤੇ ਮਾਲਕ ਵੇਖਣ ਲੱਗ ਪਏ ਪਰ ਜਿੰਨੀ ਦੇਰ ਤੱਕ ਵਿਚਾਰ ਨਹੀਂ ਕਰਦੇ ਨਾ ਲਿਖਿਆ ਕਿ ਉਨੀ ਦੇਰ ਨਹੀਂ ਗੱਲ ਸਮਝ ਆਉਣੀ ਪੜੀ ਜਾ ਰਹੇ ਹਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੁਣ ਤੁਸੀਂ ਦੇਖੋ ਵੀ ਕਿੰਨੇ ਕਿ ਆਪਾਂ ਇੱਥੇ ਬੈਠੇ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਹਾਂ ਘਰ-ਬਾਰ ਪਰਿਵਾਰ ਬਾਰੇ ਸੋਚਣਾ ਪਰ ਇੱਕ ਜਗ੍ਹਾ ਤੱਕ ਆਪਣੇ ਬਾਰੇ ਪਹਿਲਾਂ ਸੋਚੀਏ ਕਿਉਂਕਿ ਲੇਖਾ ਜੋਖਾ ਪੁੱਛਿਆ ਜਾਣਾ ਸਾਨੂੰ ਇੰਨੀ ਕੀਮਤੀ ਵਸਤ ਦੇ ਕੇ ਭੇਜਿਆ ਮਾਲਕ ਨੇ ਸਵਾਸ ਕਿਆ ਤੈਂ ਖੱਟਿਆ ਕਹਾਂ ਗਵਾਇਆ ਚਲੋ ਸਿਤਾਪ ਦੀਵਾਨ ਬੁਲਾਇਆ ਪੁੱਛਿਆ ਜਾਣਾ ਉੱਥੇ ਜਾ ਕੇ ਕੀ ਕਰਕੇ ਆਇਆ ਸਤਿਗੁਰਾਂ ਨੇ ਮਹਿਰਾਮਤ ਕੀਤੀ ਸ਼ਹਾਦਤ ਝੋਲੀ ਵਿੱਚ ਪੈ ਗਈ ਤੇ ਉਹਨੇ ਕਿਹਾ ਠੀਕ ਹੈ ਲੇਖਾ ਜੋਖਾ ਬਰਾਬਰ ਹੁਣ ਨਹੀਂ ਪੁੱਛਿਆ ਜਾਏਗਾ ਪਰ ਕਿੰਨੇ ਸ਼ਹੀਦ ਹੁੰਦੇ ਨੇ ਇਹ ਦੇਖੋ
ਕਿੰਨਿਆਂ ਦਾ ਇਕੱਠ ਸੀ ਤੇ ਕਿੰਨੇ ਸ਼ਹੀਦ ਹੋਏ। ਇਸ ਕਰਕੇ ਗੁਰਮੁਖ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਮੰਨ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਜਾਈਏ। ਸਭ ਤੋਂ ਪਹਿਲਾਂ ਆਪਸ ਵਿੱਚ ਇੰਨਾ ਪਿਆਰ ਵੰਡੋ, ਤੁਹਾਨੂੰ ਵੀ ਪਿਆਰ ਹੀ ਮਿਲੇਗਾ। ਨਫ਼ਰਤ ਬੀਜੋਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਵੱਢੋਗੇ। ਹੁਣ ਤੇ ਸਾਇੰਸ ਨੇ ਵੀ ਇਹ ਗੱਲ ਸਿੱਧ ਕਰ ਦਿੱਤੀ ਹੈ ਵੀ ਤੁਸੀਂ ਬੰਦ ਕਮਰੇ 'ਚ ਬਹਿ ਕੇ ਜਿਸ ਬੰਦੇ ਬਾਰੇ ਜੋ ਵਿਚਾਰ ਰੱਖਦੇ ਹੋ ਨਾ, ਉਹ ਵੀ ਬੰਦਾ ਤੁਹਾਡੇ ਬਾਰੇ ਉਹੀ ਵਿਚਾਰ ਸੋਚਦਾ ਹੋਏਗਾ, ਇਦਾਂ ਹੀ ਸੋਚਦਾ ਹੋਏਗਾ ਜਿੱਦਾਂ ਤੁਸੀਂ ਸੋਚ ਰਹੇ ਹੋ। ਕੁਝ ਸਮਾਂ ਲੱਗੇਗਾ, ਤਾਲਮੇਲ ਵਿਗੜਿਆ ਰਹੇਗਾ, ਉਸ ਤੋਂ ਬਾਅਦ ਉਹ ਬਿਲਕੁਲ ਉਹ ਸਾਹਮਣੇ ਆ ਜਾਏਗੀ ਉਹ ਗੱਲ। ਇਸ ਕਰਕੇ ਸਾਰਿਆਂ ਨੂੰ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨਬੋ, ਜਿਵੇਂ ਗੁਰਮੁਖਾਂ ਸਭ ਤੋਂ ਪਹਿਲਾਂ ਇਹ ਬਚਨ ਸਾਂਝਾ ਕੀਤਾ। ਸਾਨੂੰ ਆਪਣੀ ਕੌਮ ਬਾਰੇ ਸੋਚਣਾ ਚਾਹੀਦਾ, ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚਣਾ ਚਾਹੀਦਾ। ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਇੱਥੇ ਤੁਹਾਡੇ ਕੋਲ ਵੀ ਸ਼ਾਇਦ ਹਾਜ਼ਰੀ ਭਰ ਕੇ ਗਏ, ਆਪਾਂ ਨੂੰ ਯਾਦ ਨਹੀਂ ਹੈ। ਉਹਨਾਂ ਗੁਰਮੁਖ ਪਿਆਰਿਆਂ ਨੇ ਸਾਡੇ ਨਾਲ ਇੱਕ ਗੱਲ ਕੀਤੀ, ਕਹਿੰਦੇ ਤੁਸੀਂ ਮਹਾਰਾਜ ਨੇ ਤੁਹਾਨੂੰ ਦਾਤ ਦਿੱਤੀ ਏ, ਇਦਾਂ ਕਰੀਏ ਜੇ ਬੱਚਿਆਂ ਨੂੰ ਕੀਰਤਨ ਸਿਖਾਈਏ, ਪਿੰਡ ਪਿੰਡ ਘਰ ਘਰ ਜਾ ਕੇ ਸਮਝਾਉਣਾ ਪਿਆ। ਉਸ ਤੋਂ ਬਾਅਦ 20-25 ਬੱਚੇ ਨੇ, ਹੁਣ ਲਗਭਗ 30 ਦੇ ਕਰੀਬ ਜਿਹੜੇ ਸਿੱਖਣ ਆਉਂਦੇ ਨੇ, ਮਾਤਾ ਪਿਤਾ ਹੀ ਜਾਗਰੂਕ ਨਹੀਂ। ਐਸਾ ਸਮਾਂ ਸੀ, ਸਾਡੇ ਨਗਰ ਤੋਂ ਗੁਰਦਾਸਪੁਰ ਲਗਭਗ 30 ਕਿਲੋਮੀਟਰ ਦੂਰ ਹੈ, ਤੇ ਜਦੋਂ 95-96 ਚ ਅਸੀਂ ਆਪ ਸਿੱਖਣ ਆਉਂਦੇ ਸੀ, ਇੱਥੇ ਭਾਈ ਗੁਰਬਚਨ ਦਾਸ ਪਰਦੇਸੀ ਸਨ ਜਿਨ੍ਹਾਂ ਕੋਲੋਂ ਸਿੱਖਦੇ ਸੀ। ਉਹਨਾਂ ਦਿਨਾਂ ਚ 250 ਰੁਪਈਆ ਫੀਸ ਦੇ ਕੇ ਸਿੱਖਦੇ ਸੀ, ਐਡੀ ਦੂਰੋਂ ਕਿਰਾਇਆ ਖਰਚ ਕੇ ਆਣ ਕੇ, ਫਿਰ ਸਾਰਾ ਦਿਨ ਸੇਵਾ ਵੀ ਕਰਨੀ, ਤੇ ਫਰੀ ਸੇਵਾ ਫਿਰ ਵੀ ਕੋਈ ਆਉਂਦਾ ਹੀ ਨਹੀਂ। ਤੇ ਜੇ ਪੁੱਛੀਏ ਤੇ ਉਹ ਕਹਿੰਦੇ ਤਬਲਾ ਸਿੱਖ ਕੇ ਇਹਨੇ ਕੀ ਕਰ ਲੈਣਾ, ਵਾਜਾ ਸਿੱਖ ਕੇ ਕੀ ਕਰ ਲੂਗਾ। ਉਹ ਗੁਰਮੁਖ ਪਿਆਰਿਓ, ਤਬਲਾ ਵਾਜਾ ਸਿੱਖਦਿਆਂ ਜੇ ਇੱਕ ਗੁਰੂ ਦੀ ਪੰਕਤੀ ਇਹਦੇ ਮਨ 'ਚ ਵਸ ਗਈ ਹੈ, ਜਿਹੜੀ ਕੁਰਸੀ ਤੇ ਜਾ ਕੇ ਬਹੇਗਾ ਨਾ, ਆਪ ਵੀ ਸੁੱਖ ਲਏਗਾ, ਤੁਹਾਨੂੰ ਵੀ ਸੁੱਖ ਦੇਗਾ। ਜੇ ਗੁਰਬਾਣੀ ਦੀ ਪਕੜ ਨਹੀਂ ਇਹਦੇ ਮਨ ਦੇ ਵਿੱਚ, ਇਹ ਰਾਜੇ ਮਹਾਰਾਜੇ ਬਣ ਜਾਣ, ਕਿਸੇ ਦੇਸ਼ ਦੇ ਜਾ ਕੇ ਪ੍ਰਧਾਨ ਮੰਤਰੀ ਬਣ ਜਾਣ, ਰਾਸ਼ਟਰਪਤੀ ਬਣ ਜਾਣ, ਇਹ ਆਪ ਵੀ ਔਖੇ ਰਹਿਣਗੇ, ਤੁਹਾਨੂੰ ਦੁਨੀਆ ਨੂੰ ਵੀ ਔਖਿਆਂ ਕਰਨਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਸਮਝਾਉਂਦੀ ਹੈ, ਨਾਮ ਨਾਲ ਜੁੜੋ, ਸਿਮਰਨ ਕਰੋ, ਆਪਣਾ ਮਨ ਬਦਲੀ ਕਰੋ, ਜਿਹੜੇ ਵਿਚਾਰ ਨੇ ਉਹਨਾਂ ਨੂੰ ਬਦਲ ਦਿਓ, ਤਮੋ ਗੁਣ ਵੀ ਨਾ ਰਹਿਣ ਦਿਓ, ਰਜੋ ਗੁਣ ਵੀ ਨਾ ਰਹਿਣ ਦਿਓ, ਸਤੋ ਗੁਣੀ ਤੇ ਵੀ ਟਿਕੇ ਨਾ ਰਹਿ ਜਿਓ ਕਿਤੇ। ਮਹਾਰਾਜ ਕਹਿੰਦੇ ਤਿੰਨਾਂ ਨੂੰ ਛੱਡ ਕੇ ਚੌਥੇ 'ਚ ਜਾ ਕੇ ਸੰਤ ਮਾਰਗ ਚੁਣਿਓ। ਉਹਨੂੰ ਕਿਹਾ ਸੀ ਸੰਤ ਤੇ ਸਿਪਾਹੀ, ਫਿਰ ਬਣਦਾ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਸਿੱਖ। ਕਿਤੇ ਜਾ ਕੇ ਪੀਰ ਬੁੱਧੂ ਸ਼ਾਹ ਨੂੰ ਪੁੱਛੋ ਵੀ ਸਿੱਖੀ ਮਿਲੀ ਕਿੱਦਾਂ ਸੀ ਭਲਾ, ਉਹਨੂੰ ਕਦਰ ਪਤਾ ਹੈ। 400 ਫਰਜ਼ੰਦ ਵਾਰ ਕੇ, ਉਹਦੇ 400 ਚੇਲੇ ਤੇ 4 ਫਰਜ਼ੰਦ ਬੱਚੇ ਵਾਰ ਕੇ ਤੇ ਕੰਘਾ ਲੈ ਕੇ ਗਏ ਸੀ, ਕੇਸਾਂ ਦਾ ਫਸਿਆ, ਘਰ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਖਾਇਆ, ਕਹਿੰਦੇ ਆ ਮੈਂ ਸਿੱਖੀ ਲੈ ਕੇ ਆਇਆ। ਉਹ ਸਾਨੂੰ ਜਨਮਜਾਤ ਸਿੱਖੀ ਮਿਲੀ ਹੈ, ਸਿੱਖਾਂ ਦੇ ਘਰਾਂ 'ਚ ਸਾਡਾ ਜਨਮ ਹੋ ਗਿਆ, ਸਾਨੂੰ ਪਤਾ ਹੀ ਨਹੀਂ। ਐਡੀ ਅਮੋਲਕ ਦਾਤ ਸਤਿਗੁਰੂ ਨੇ ਦਿੱਤੀ ਹੈ, ਪਰ ਸਾਡੇ ਕੋਲ ਸਾਂਭੀ ਨਹੀਂ ਜਾ ਰਹੀ। ਆਪਣੇ ਬੱਚਿਆਂ ਬਾਰੇ ਸੋਚੋ, ਆਪਣੇ ਬਾਰੇ ਸੋਚੋ ਪਹਿਲਾਂ, ਉਦੋਂ ਬਾਅਦ 'ਚ ਦੁਨੀਆ ਬਾਰੇ ਸੋਚਾਂਗੇ। ਆਉਣ ਵਾਲਾ ਸਮਾਂ ਬੜਾ ਭਿਆਨਕ ਆ ਰਿਹਾ ਜੀ। ਖਬਰਾਂ ਤੁਸੀਂ ਰੋਜ਼ ਪੜ੍ਹਦੇ ਹੋ, ਸਕੂਲਾਂ ਦੇ ਮਾਸਟਰ ਮਿਲ ਕੇ ਨਸ਼ਾ ਕਰਵਾ ਰਹੇ ਨੇ ਬੱਚਿਆਂ ਨੂੰ, ਕਿੱਥੇ ਲੁਕਾਵਾਂਗੇ। ਨਦੀਆਂ ਵਗਦੀਆਂ ਪਈਆਂ ਨੇ, ਵਾੜ ਹੀ ਖੇਤ ਨੂੰ ਖਾ ਰਹੀ। ਮੈਂ ਬਹੁਤਾ ਨਾ ਬੋਲਾਂ, ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋਚ ਹੈ, ਜੇ ਇਹਦੇ ਨਾਲ ਮਿਲ ਜਾਈਏ ਕਿਤੇ, ਇਹ ਸੋਚ ਤੇ ਸਾਡੀ ਸੋਚ ਇੱਕ ਹੋ ਜੇ, ਦੁਨੀਆ ਦੀ ਕੋਈ ਤਾਕਤ ਨਹੀਂ ਜੇ ਹਰਾ ਸਕਦੀ। ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨਾ, ਮਹੀਨੇ ਦਾ ਸੁਣਿਆ ਤੁਸੀਂ। ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਪਹਿਲਾਂ ਧਿਆਓ, ਸੁਣੋ ਕੰਨਾਂ ਦੇ ਨਾਲ, ਸਭਨਾਂ ਨੂੰ ਕਰ ਦਾਨ, ਤੇ ਫਿਰ ਦਾਨ ਵਾਲੇ ਪਾਸੇ ਵੀ ਜਾਈਏ। ਦਾਨ ਕਿਹੜਾ? 2 ਤਰ੍ਹਾਂ ਦਾ ਦਾਨ। ਇੱਕ ਦਾਨ ਜਿਹੜਾ ਗੁਰਮਤਿ ਦਾ ਗਿਆਨ ਦਾਨ ਕਰਨਾ, ਕਿਸੇ ਨੂੰ ਪ੍ਰਚਾਰ ਕਰਨਾ, ਇਹ ਦਾਨ ਹੈ। ਅਸੀਂ ਰਾਗੀਆਂ ਢਾਡੀਆਂ ਦੀ ਧੌਣ ਤੇ ਕਿਰਪਾਨ ਰੱਖ ਦਿੱਤੀ। ਮੈਂ ਇਹ ਗੱਲ ਪਹਿਲਾਂ ਹੀ ਮਾਫੀ ਮੰਗ ਲੈਣਾ ਤੁਹਾਡੇ ਕੋਲ। ਕਿੱਦਾਂ? ਪਹਿਲਾਂ ਡੇਰਾ ਬਾਬਾ ਨਾਨਕ ਦਾ ਇਹ ਸੰਗ ਜਾਂਦਾ ਸੀ ਨਾ, ਰਾਗੀ ਢਾਡੀ ਵਿਚਾਰੇ ਖਲੋ ਕੇ ਆਪਣੀਆਂ ਕਥਾ ਕਹਾਣੀਆਂ ਸੁਣਾਉਂਦੇ ਸਨ। ਲੋਕੀ 5-5, 10-10, 20-20 ਰੁਪਏ ਸ਼ਰਧਾ ਅਨੁਸਾਰ ਲੋਕੀ ਸੇਵਾ ਦਿੰਦੇ ਸੀ। ਹੁਣ ਪਿੰਡ ਦਾ ਸਭ ਤੋਂ ਵੱਡਾ ਸ਼ਰਾਬੀ ਲਾਗੇ ਟੋਕਰੀ ਰੱਖ ਕੇ ਬਹਿ ਜਾਂਦਾ, ਤੇ ਉਹ ਲੋਕਾਂ ਦੀਆਂ ਅਰਦਾਸਾਂ ਕਰਨ ਜਾਂਦੇ, ਮਹਾਰਾਜ ਇਹਨੂੰ ਆ ਵੀ ਦਈ, ਮਹਾਰਾਜ ਇਹਨੂੰ ਆ ਵੀ ਦਈ।
ਆਪਾਂ ਉਹਦੀ ਟੋਕਰੀ ਦੇ ਵਿੱਚ ਪਾਈ ਜਾਂਦੇ, ਅਸੀਂ ਪੁੱਛਦੇ ਹੀ ਨਹੀਂ ਇਹਨੂੰ ਵੀ ਇਹ ਕਿੱਥੇ ਖੜਨਾ ਹੈ। ਗੁਰੂ ਘਰਾਂ ਦੀਆਂ ਗੋਲਕਾਂ 'ਚ ਆ ਕੇ ਅਸੀਂ ਹਜ਼ਾਰਾਂ ਰੁਪਏ ਪਾ ਕੇ ਚਲੇ ਜਾਂਦੇ ਹਾਂ, ਕਦੀ ਪੁੱਛਦੇ ਹੀ ਨਹੀਂ ਵੀ ਇਹ ਕੀ ਕਰ ਰਹੇ ਜੇ। ਲੱਖਾਂ ਰੁਪਏ ਅਸੀਂ ਲੱਕੜਾਂ ਪੱਥਰਾਂ ਤੇ ਲਾਤਾ, ਪਰ ਆਪਣੀ ਕੌਮ ਆਪਣੇ ਬੱਚਿਆਂ ਬਾਰੇ ਅਸੀਂ ਬਿਲਕੁਲ ਨਹੀਂ ਜੇ ਸੋਚਿਆ। ਜੇ ਨਾ ਸੋਚਿਆ ਤੇ ਇਹਦਾ ਖਮਿਆਜਾ ਭੁਗਤਣਾ ਪਏਗਾ ਸਾਨੂੰ। ਇਸ ਕਰਕੇ ਗੁਰਮੁਖ ਪਿਆਰਿਓ, ਪ੍ਰਚਾਰ ਤੇ ਪੈਸਾ ਖਰਚ ਕਰੋ। ਆਪਣੀ ਕੌਮ ਦੇ ਕਿਸੇ ਗਰੀਬ ਦੀ ਝੁੱਗੀ ਪਵਾ ਦਿਓ, ਕਿਤੇ ਲੈਂਟਰ ਪਵਾ ਦਿਓ, ਕਿਤੇ ਉਹ ਤੁਹਾਡੀ ਰਹਿੰਦੀ ਦੁਨੀਆ ਤੱਕ ਯਾਦ ਕਰੇਗਾ। ਕ੍ਰਿਸਚਨੈਲਿਟੀ ਦਾ ਇੰਨਾ ਜ਼ਿਆਦਾ ਜ਼ੋਰ ਵੱਧ ਗਿਆ, ਥੋੜੇ ਬਹੁਤੇ ਪੈਸੇ ਦੇ ਕੇ ਅਗਲੇ ਧਰਮ ਪ੍ਰਵਿਰਤ ਕਰ ਦਿੰਦੇ। ਫਾਜ਼ਿਲਕਾ ਦੇ ਸਥਾਨ ਤੇ ਇੱਕ ਬੰਦਾ ਰਿਕਸ਼ੇ ਵਾਲਾ ਆਪਾਂ ਨੂੰ ਮਿਲਿਆ, ਉਹਨੂੰ ਗੁਰਮੁਖ ਨੂੰ ਕਿਹਾ, ਮੈਂ ਕਿਹਾ ਉਹ ਏਡਾ ਸੋਹਣਾ ਸਰਦਾਰ ਸਿੱਖ, ਤੂੰ ਦਾੜਾ ਕੇਸ ਰੱਖਿਆ ਹੋਇਆ, ਤੂੰ ਗਲ ਚੇਕੇ ਪਾਈ ਫਿਰਦਾ। ਉਹ ਕਹਿੰਦਾ 2 ਸਾਲ ਦੀ ਬੱਚਿਆਂ ਦੀ ਫੀਸ ਨਹੀਂ ਤਾਰੀ ਗਈ, ਬੱਚੇ ਬਾਹਰ ਕੱਢ ਦਿੱਤੇ ਉਹਨਾਂ ਨੇ। ਉਹਨਾਂ ਜਾ ਕੇ ਮੇਰੀ ਫੀਸ ਤਾਰ ਦਿੱਤੀ, ਨਾਲ ਕੰਬਲ ਦੇ ਕੇ ਗਏ, ਨਾਲ ਟੈਲਾਂ ਇੱਟਾਂ ਲਾ ਗਏ ਨੇ, ਘਰ ਦੀ ਕੋਠੇ ਪਾ ਗਏ ਨੇ। ਕੀ ਕਰਾਂ ਮੈਂ ਤੁਹਾਡੀ ਸਿੱਖੀ ਨੂੰ? ਇਹ ਗੱਲਾਂ ਬੋਲਣੀਆਂ ਨਹੀਂ ਸੀ ਚਾਹੀਦੀਆਂ, ਆਪਾਂ ਨੂੰ ਸਮਝ ਲੈਣੀਆਂ ਚਾਹੀਦੀਆਂ ਸੀ ਪਹਿਲਾਂ ਹੀ। ਆਪਾਂ ਪੜ੍ਹੇ ਲਿਖੇ ਹਾਂ ਸਾਰੇ। ਬਾਹਰ ਦੀ ਜਿੱਤ ਵੀ ਪ੍ਰਾਪਤ ਕਰਨੀ ਹੈ ਤੇ ਅੰਦਰ ਦੀ ਜਿੱਤ ਵੀ ਪ੍ਰਾਪਤ ਕਰਨੀ ਹੈ। ਵਾਹਿਗੁਰੂ ਗੁਰਮੰਤਰ ਜਪਿਆ ਕਰੀਏ, ਜੋ ਗੁਰੂ ਦੱਸਦਾ ਉਦਾਂ ਚੱਲੀਏ। ਰਾਗੀ ਢਾਡੀ ਕੀਰਤਨ ਕਥਾ ਵਾਚਕ ਜਿਹੜੇ ਨੇ, ਇਹਨਾਂ ਦਾ ਸਤਿਕਾਰ ਕਰੀਏ। ਇਹ ਜੜ੍ਹਾਂ ਨੇ ਸਾਡੀਆਂ। ਵਾਹਿਗੁਰੂ ਕਿਰਪਾ ਕਰੇ ਤੁਹਾਡੇ ਨਗਰ ਤੇ ਬਹੁਤ ਕਿਰਪਾ। ਮੈਂ ਇਹ ਉਹਨਾਂ ਦੀ ਗੱਲ ਕਰਦਾ ਜਿੱਥੇ ਜਾਂਦੇ ਆਪਾਂ, ਕਿਉਂਕਿ ਦੁਨੀਆ ਦੇਖਦੇ ਆ ਬੜੇ ਤਰ੍ਹਾਂ ਦੇ ਸੰਗਤ, ਬੜੀ ਤਰ੍ਹਾਂ ਦੇ ਲੋਕ ਮਿਲਦੇ ਨੇ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਇਹ ਗੱਲ ਨਾ ਭੁੱਲੀਏ। ਆਓ ਗੁਰਮੁਖ ਪਿਆਰਿਆਂ ਨੇ ਇਹ ਸ਼ਬਦ ਦੀ ਹੁਣੇ ਆਪਾਂ ਨੂੰ ਇਹ ਹੁਕਮ ਕੀਤਾ। ਇਹ ਸ਼ਬਦ ਪੜ੍ਹਨ ਤੋਂ ਬਾਅਦ ਆਪਾਂ ਖਿਮਾ ਦੇ ਜਾਚਕ ਹੋ ਜਾਾਂਗੇ, ਸਮਾਂ ਵੀ ਕਾਫੀ ਹੋ ਗਿਆ। ਆਓ ਤੇ ਇਹਦੇ ਵਿੱਚ ਆਪਾਂ ਦੂਜਿਆਂ ਵੱਲ ਨਹੀਂ ਵੇਖਣਾ, ਕਿਉਂਕਿ ਜਦੋਂ ਆਪਾਂ ਅੰਮ੍ਰਿਤ ਛਕ ਲੈਨੇ ਆਪਾਂ ਸੋਚਦੇ ਹੁਣ ਮੈਂ ਤੇ ਸਵਰਗਾਂ ਨੂੰ ਜਾਵਾਂਗਾ, ਇਹ ਦੂਜੇ ਨਰਕਾਂ ਨੂੰ ਜਾਣਗੇ। ਸ਼ਾਇਦ ਨਹੀਂ, ਆਪਣਾ ਆਪ ਵੇਖੀਏ ਵੀ ਮੇਰੇ 'ਚ ਕੀ ਕਮੀ ਹੈ, ਆਪਣੀ ਕਮੀ ਵੇਖੀਏ ਪਹਿਲਾਂ। ਆਓ ਭਲਾ, ਕਿਉਂਕਿ ਸਤਿਗੁਰਾਂ ਸਮਝਾਇਆ ਨਾ, ਆਪਣਾ ਰਹਿ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਇੱਕ ਮੌਜ ਵਿੱਚ ਆ ਕੇ ਸਤਿਗੁਰ ਨੇ ਕਿਹਾ ਸੀ, ਚਾਹੇ ਲਾਂਬੇ ਕੇਸ ਕਰ, ਚਾਹੇ ਘਰੜ ਮੁੰਡਾਏ। ਮੈਨੂੰ ਇਹਨਾਂ ਗੱਲਾਂ ਨਾਲ ਵੀ ਮਤਲਬ ਨਹੀਂ ਹੈਗਾ। ਬੜੇ ਬੜੇ ਵੱਡੇ ਦਾੜੇ ਪ੍ਰਕਾਸ਼ ਵਾਲਿਆਂ ਨੇ ਧਰਮ ਦਾ ਬਹੁਤ ਨੁਕਸਾਨ ਕੀਤਾ ਹੈ, ਤੇ ਸ਼ੇਪ ਕਰਨ ਵਾਲਿਆਂ ਨੇ ਵੀ ਧਰਮ ਨੂੰ ਸਾਂਭ ਕੇ ਰੱਖਿਆ। ਜੇ ਗੱਲ ਚੇਤੇ ਰੱਖਣਾ, ਬਾਹਰੀ ਸਰੂਪ ਵੱਲ ਮਤ ਜਾਓ, ਮਤ ਦੇਖੋ ਕਿਸੇ ਦਾ ਬਾਹਰੀ ਸਰੂਪ, ਪਹਿਲਾਂ ਮਨ ਵੇਖੋ। ਮਨ ਵੇਖਣਾ ਸਾਡੇ ਵੱਸ ਦੀ ਗੱਲ ਨਹੀਂ ਜਿੰਨੀ ਦੇਰ ਸਿਮਰਨ ਨਹੀਂ ਕਰਦੇ, ਕਿਉਂਕਿ ਸਾਡੇ ਕੋਲ ਥਰਮਾਮੀਟਰ ਹੀ ਹੋਰ ਹੈ। ਉਸ ਕਸਵੱਟੀ ਤੇ ਪਰਖ ਕੇ ਵੇਖਣਾ ਜਦੋਂ ਵੀ ਵੇਖਣਾ। ਆਓ ਸਾਰੇ ਮਿਲ ਕੇ ਪ੍ਰਾਣੀ ਆਇਆ ਲਾਹਾ ਲੈਣ, ਲੱਗਾ ਕੇਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਸ਼ਬਦ ਸਾਰੇ ਸਰਵਣ ਕਰੀਏ ਜੀ। ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸੰਗ, ਲੇਖਾ ਰੱਬ ਮੰਗੇ ਸਿਆ। ਤੂੰ ਆਹਾਂ ਆਹਾਂ ਕਿਹੜੇ ਕੰਮ, ਆਹਾਂ ਕਿਹੜੇ ਕੰਮ, ਆਇਆ ਲਾਹਾ ਲੈਣ ਪ੍ਰਾਣੀ ਤੋਂ, ਆਇਆ ਲਾਹਾ ਲੈਣ, ਆਇਆ ਲਾਹਾ ਲੈਣ ਪ੍ਰਾਣੀ ਤੋਂ, ਆਇਆ ਲਾਹਾ ਲੈਣ, ਆਇਆ ਲਾਹਾ ਲੈਣ ਪ੍ਰਾਣੀ ਤੋਂ, ਆਇਆ ਲਾਹਾ ਲੈਣ, ਆਇਆ ਲੱਗਾ ਕੇਤ ਫਕੜੇ, ਲੱਗਾ ਕੇਤ ਫਕੜੇ, ਸਭ ਮੁਕਦੀ ਚੱਲੀ ਰਹਿਣ, ਸਭ ਮੁਕਦੀ ਚੱਲੀ ਰਹਿਣ, ਸਭ ਮੁਕਦੀ ਚੱਲੀ ਰਹਿਣ, ਸਭ ਮੁਕਦੀ ਚੱਲੀ ਰਹਿਣ।
ਆਇਆ ਲਾਹ ਲੈਣ ਪ੍ਰਾਣੀ ਤੋਂ ਆਇਆ ਲਾਹ ਲੈਣ ਆਇਆ ਲਾਹ ਲੈਣ ਪ੍ਰਾਣੀ ਤੂੰ ਆਇਆ ਲਾਹ ਲੈਣ ਆਇਆ ਲਾਹ ਲੈਣ ਤੂੰ ਆਇਆ ਲਾਹ ਲੈਣ ਆਇਆ ਲਾਹ ਲੈਣ ਤੂੰ ਆਇਆ ਲਾਹ ਲੈਣ ਵਾਹਿਗੁਰੂ 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 ਆਇਆ ਲਾਹ ਲੈਣ ਪ੍ਰਾਣੀ ਤੋਂ ਆਇਆ ਲਾਹ ਲੈਣ ਆਇਆ ਲਾਹ ਲੈਣ ਪ੍ਰਾਣੀ ਤੋਂ ਆਇਆ ਲਾਹ ਲੈਣ ਪਲ ਕੇ ਉੱਠ ਪਪੋਲੀਐ ਬਿਨ ਬੁੱਝੈ ਮੁਗਦ ਜਾਣ ਬਿਨ ਬੁੱਝੈ ਮੁਗਦ ਜਾਣ ਸੋ ਪ੍ਰਭ ਚਿਤ ਨਾ ਆਇਓ ਛੁਟੈਗੀ ਬੇਬਾਨ ਛੁਟੈਗੀ ਬੇਬਾਨ ਸਤਿਗੁਰ ਸੇਤੀ ਚਿਤ ਲਾਏ ਸਤਿਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ ਸਦਾ ਸਦਾ ਰੰਗ ਮਾਣ ਆਇਆ ਲਾਹ ਲੈਣ ਪ੍ਰਾਣੀ ਤੋਂ ਆਇਆ ਲਾਹ ਲੈਣ ਆਇਆ ਲਾਹ ਲੈਣ ਪ੍ਰਾਣੀ ਤੂੰ ਆਇਆ ਲਾਹ ਲੈਣ ਕੁਦਮ ਕਰੇ ਪਸ ਪੰਖੀਆਂ ਦਿਸੈ ਨਾਹੀ ਕਾਲ ਦਿਸੈ ਨਾਹੀ ਕਾਲ ਉਤੈ ਸਾਥ ਮਨੁਖ ਹੈ ਫਾਥਾ ਮਾਇਆ ਜਾਲ ਫਾਥਾ ਮਾਇਆ ਜੋ ਕਰ ਛੱਡ ਗਵਾਵਣਾ ਸੋ ਲਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ ਜੋ ਕਰ ਛੱਡ ਗਵਾਵਣਾ ਸੋ ਲਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ ਫਾਤੇ ਸੇ ਨਿਕਲੇ ਫਾਤੇ ਸੇ ਜੇ ਗੁਰ ਕੀ ਪੈਰੀ ਪਾਏ ਜੇ ਗੁਰ ਕੀ ਪੈਰੀ ਪਾਏ ਆਇਆ ਲਾਹ ਲੈਣ ਪ੍ਰਾਣੀ ਤੋਂ ਆਇਆ ਲਾਹ ਲੈਣ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕੇ ਤੂੰ ਫਕੜੇ ਲੱਗਾ ਕੇ ਤੂੰ ਫਕੜੇ ਸਭ ਮੁਕਤੀ ਚੱਲੀ ਰਹਿਣ ਸਭ ਮੁਕਤੀ ਚੱਲੀ ਰਹਿਣ ਸਭ ਮੁਕਤੀ ਚੱਲੀ ਰਹਿਣ ਸਭ ਮੁਕਤੀ ਚੱਲੀ ਰਹਿਣ ਜਪ ਵਾਹਿਗੁਰੂ ਵਾਹਿਗੁਰੂ
ਆਇਆ ਲਾਹਾ ਲੈਣ ਪ੍ਰਾਣੀ ਤੋਂ ਆਇਆ ਲਾਹਾ ਲੈਣ ਆਇਆ ਲਾਹਾ ਲੈਣ ਪ੍ਰਾਣੀ ਤੋਂ ਲੱਗਾ ਕੇਤ ਗੁਫਕੜੇ ਲੱਗਾ ਕੇਤ ਸਭ ਮੁਕਤੀ ਚੱਲੀ ਰਹਿਣਾ ਸਭ ਮੁਕਤੀ ਚੱਲੀ ਰਹਿਣਾ ਸਭ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸ਼ਰਨਾਏ ਜਿਹੜਾ ਵੀ ਚਾਰੇ ਕੁੰਡਾਂ ਤੋਂ ਘੁੰਮ ਘੰਮ ਕੇ ਆ ਗਿਆ ਤੇ ਹੁਣ ਉਹਨੂੰ ਪਤਾ ਲੱਗ ਗਿਆ ਨਾ ਵੀ ਸਿਮਰਨ ਤੋਂ ਬਿਨਾ ਸਾਡਾ ਜੀਵਨ ਬਿਲਕੁਲ ਗਰਕ ਹੈ ਉਹ ਫਿਰ ਸਿਮਰਨ ਕਰਦੇ ਨੇ ਇੱਕ ਨਾ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਜਿਨ੍ਹਾਂ ਨੂੰ ਮਾਲਕ ਨੇ ਸੋਝੀ ਦੇ ਦਿੱਤੀ ਹੈ ਉਹ ਫਿਰ ਬੇਨਤੀਆਂ ਕਰਦੇ ਨੇ ਅਰਦਾਸਾਂ ਕਰਦੇ ਨੇ ਸਤਿਗੁਰੂ ਦੇ ਚਰਨਾਂ 'ਚ ਹੇ ਮਾਲਕ ਸੱਚੇ ਪਾਤਸ਼ਾਹ ਵਾਹਿਗੁਰੂ ਐਸੀ ਕਿਰਪਾਲਤਾ ਕਰ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦੇ ਅਸੀਂ ਸਿਮਰਨ ਕਰਨ ਲੱਗ ਜਾਈਏ ਅਸੀਂ ਭਗਤੀ ਕਰਨ ਲੱਗ ਜਾਈਏ ਅਸੀਂ ਬੰਦਗੀ ਕਰਨ ਲੱਗ ਜਾਈਏ ਬੰਦਗੀ ਤੋਂ ਬਿਨਾ ਜੀਵਨ ਬਿਲਕੁਲ ਖਾਲੀ ਹੈ ਜੀਵਨ ਬਿਲਕੁਲ ਨਰਕ ਹੈ ਭਗਤੀ ਤੋਂ ਬਿਨਾ ਵਾਹਿਗੁਰੂ ਵਾਹਿਗੁਰੂ ਗੁਰਮਤਿ ਜਪਦਿਆਂ ਇੱਕ ਦਿਨ ਐਸਾ ਆਉਂਦਾ ਏ ਜਿਸ ਦਿਨ ਸਤਿਗੁਰ ਗਰੀਬ ਨਵਾਜ ਪ੍ਰਗਟ ਹੋ ਜਾਂਦੇ ਮਨ ਦੇ ਵਿੱਚ ਉਹ ਪ੍ਰਗਟ ਹੋਏ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੂੰ ਕਿਹਾ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਉਹ ਬਾਣੀ ਅੰਦਰ ਸੁਣਨ ਲੱਗ ਜਾਂਦੀ ਹੈ ਵਾਜੇ ਅਨਹਦ ਤੂਰੇ ਉਹ ਤੂਰ ਅੰਦਰ ਪ੍ਰਗਟ ਹੋ ਜਾਂਦਾ ਉਹ ਨਾਦ ਅੰਦਰੋਂ ਸੁਣਾਈ ਦੇਣ ਲੱਗ ਪੈਂਦਾ ਤੇ ਮਹਾਰਾਜ ਕਹਿੰਦੇ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਫਿਰ ਜਿਹੜੇ ਸੁਣਦੇ ਨੇ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਫਿਰ ਇੱਕ ਦਿਨ ਐਸਾ ਆਉਂਦਾ ਜਿਹੜਾ ਉਹ ਪ੍ਰਕਾਸ਼ ਰੂਪ ਅਕਾਲ ਪੁਰਖ ਵਾਹਿਗੁਰੂ ਹੈ ਜਿਹਦੇ ਪਰਥਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹੀਜੈ ਉਹ ਜਿਹੜਾ ਪ੍ਰਕਾਸ਼ ਰੂਪ ਵਾਹਿਗੁਰੂ ਹੈ ਉਹ ਫਿਰ ਦਿਖਾਈ ਦੇਣ ਲੱਗ ਪੈਂਦਾ ਅੰਦਰ ਪ੍ਰਕਾਸ਼ ਹੋ ਜਾਂਦਾ ਤੇ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਉਹ ਮਾਲਕ ਨੂੰ ਜਿਨ੍ਹਾਂ ਨੇ ਮਿਲ ਲਿਆ ਉਹਨਾਂ ਨੂੰ ਫਿਰ ਦੁਨੀਆਦਾਰੀ ਦੀ ਪਰਵਾਹ ਨਹੀਂ ਰਹਿੰਦੀ ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾਕੀ ਕਮੀਆਂ ਪਰ ਜਿਨ੍ਹਾਂ ਨੇ ਮਿਲ ਲਿਆ ਫਿਰ ਉਹ ਉਹਨਾਂ ਵਾਸਤੇ ਵੱਡੇ ਵੱਡੇ ਫਿਲਾਸਫਰ ਵੱਡੇ ਵੱਡੇ ਵਕੀਲ ਵੱਡੇ ਵੱਡੇ ਪੜ੍ਹੇ ਲਿਖੇ ਲੋਕ ਉਹਨਾਂ ਨੂੰ ਜ਼ੀਰੋ ਜਪਦੇ ਨੇ ਫਿਰ ਉਹ ਰੈਲੀਆਂ ਦੇ ਵਿੱਚ ਮੰਤਰੀਆਂ ਦੇ ਪਿੱਛੇ ਪਿੱਛੇ ਨਹੀਂ ਭੱਜਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਅਕਾਲ ਪੁਰਖ ਵਾਹਿਗੁਰੂ ਜਿਹਨੇ ਮੈਨੂੰ ਪੈਦਾ ਕੀਤਾ ਹੈ ਉਹਨੇ ਮੈਨੂੰ ਰਿਜ਼ਕ ਵੀ ਦਿੱਤਾ ਹੈ ਉਹ ਦੇਗਾ ਮੈਨੂੰ ਕੀਟ ਪੱਥਰ ਮਹਿ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਜਿਹੜੇ ਵੀ ਸਤ ਸੰਗਤ ਵਿੱਚ ਆ ਕੇ ਵਾਹਿਗੁਰੂ ਗੁਰਮੰਤਰ ਜਪਦੇ ਨੇ ਉਹਨਾਂ ਦਾ ਸਫ਼ਰ ਬੜੀ ਛੇਤੀ ਪੂਰਾ ਹੋ ਜਾਂਦਾ ਬੜੀ ਛੇਤੀ ਹੋ ਜਾਂਦੀ ਹੈ ਕੱਲਿਆਂ ਸਮਾਂ ਲੱਗਦਾ ਏ ਕੋਈ ਇਮਾਰਤ ਤਿਆਰ ਕਰਨੀ ਹੋਏ ਕੱਲਿਆਂ ਇੱਕ ਜਣੇ ਨੂੰ ਕਹਿ ਦਈਏ ਇਹ ਤੂੰ ਕਮਰਾ ਛੱਤਣਾ ਹੈ ਉਹ ਮਹੀਨੇ ਲਗਾ ਦੇਗਾ ਤੇ ਜਿੰਨੇ ਆਪਾਂ ਬੈਠੇ ਆ ਜੇ ਸਾਧ ਸੰਗਤ ਨੂੰ ਕੋਈ ਕਹਿ ਦੇ ਵੀ ਆ ਕਮਰਾ ਛੱਤਣਾ ਇੱਕ ਇੱਕ ਇੱਟ ਵੀ ਨਹੀਂ ਆਉਣੀ ਤੁਹਾਨੂੰ ਤੇ
ਗੁਰੂ ਕੀ ਜਿਹੜੀ ਸੰਗਤ ਹੈ ਨਾ ਉਹਦੇ ਵਿੱਚ ਬਹਿ ਕੇ ਜਪਿਆ ਹੋਇਆ ਨਾਮ ਜਿਹੜਾ ਹੈ ਨਾ ਉਹ ਫਿਰ ਪ੍ਰਭ ਕੀ ਬਸਤ ਪ੍ਰਭ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗੁਣ ਕਰੇ ਨਿਹਾਲ, ਨਾਨਕ ਪ੍ਰਭ ਸਦਾ ਦਿਆਲ। 4 ਗੁਣਾ ਕਰ ਦਿੰਦਾ ਹੈ ਉਹ। ਇਸ ਕਰਕੇ ਸਾਧ ਸੰਗਤ ਵਿੱਚ ਆ ਕੇ ਜਦੋਂ ਸਿਮਰਨ ਕਰਦੇ ਆ, ਸਭ ਤੋਂ ਪਹਿਲਾਂ ਕਿਰਪਾ ਹੁੰਦੀ ਹੈ ਵੀ ਸਾਡੇ ਵਿਚਾਰ ਮਿਲ ਜਾਂਦੇ ਨੇ, ਦੁਬਦਾ ਖਤਮ ਹੋ ਜਾਂਦੀ ਹੈ, ਸਾਰੇ ਭੈਣ ਭਰਾ ਜਾਪਣ ਲੱਗ ਜਾਂਦੇ ਆ। ਬਿਸਰ ਗਈ ਸਭ ਤਾਤ ਬਰਾਈ, ਜਬ ਤੇ ਸਾਧ ਸੰਗਤ ਮੋਹ ਪਾਈ। ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮ ਕੋ ਬਨਿਆਈ। ਉਹਨੂੰ ਪਤਾ ਲੱਗ ਜਾਂਦਾ ਵੀ ਇਹ ਸਾਰੇ ਅਕਾਲ ਪੁਰਖ ਦੇ ਰੂਪ ਨੇ, ਸਾਰਿਆਂ ਨੂੰ ਮਾਲਕ ਨੇ ਪੈਦਾ ਕੀਤਾ, ਸਾਰਿਆਂ ਦੇ ਘਟ ਘਟ ਦੇ ਵਿੱਚ ਉਹ ਅਕਾਲ ਪੁਰਖ ਆਪ ਬੈਠਾ ਹੋਇਆ, ਵਾਹਿਗੁਰੂ ਆਪ ਬੈਠਾ। ਇਸ ਕਰਕੇ ਗੁਰਮੁਖ ਪਿਆਰਿਓ, ਬਹੁਤ ਉੱਚਾ ਤੇ ਸੁੱਚਾ ਤੁਹਾਡਾ ਸਿੱਖ ਧਰਮ, ਸਾਡਾ ਸਿੱਖ ਧਰਮ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਤਾਂ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਕੋਈ ਫਰਕ ਨਹੀਂ ਜੇ ਸਮਝਿਆ, ਸਗੋਂ ਮਾਣ ਬਖਸ਼ਿਆ, ਮਾਣ ਬਖਸ਼ਿਸ਼ ਕੀਤਾ। ਅਰਦਾਸ ਵਿੱਚ ਪਹਿਲਾਂ 5 ਪਿਆਰਿਆਂ ਦੇ ਨਾਂ ਆਉਂਦੇ ਨੇ, ਉਸ ਤੋਂ ਬਾਅਦ 4 ਸਾਹਿਬਜ਼ਾਦਿਆਂ ਦੇ ਨਾਂ ਆਉਂਦੇ ਨੇ। ਜਦੋਂ ਭਾਈ ਦਿਆ ਸਿੰਘ ਨੇ ਕਿਹਾ ਸੀ ਨਾ, ਕਹਿੰਦਾ ਦੁਨੀਆ ਦੇ ਮਾਲਕਾ, ਕਿਸੇ ਗੱਲ ਦੀ ਕਮੀ ਹੈ ਤੇਰੇ ਕੋਲੋਂ? ਪੁੱਤਾਂ ਦੀ ਲਾਸ਼ ਦੇ ਲਾਗੋਂ ਦੀ ਲੰਘ ਚੱਲਿਆ, ਆਪਣਾ ਜਿਹੜਾ ਗਲ ਚ ਪਾਇਆ ਹਜੂਰੀਆ ਸੀ ਨਾ, ਉਹ ਸਤਿਗੁਰਾਂ ਦੇ ਅੱਗੇ ਬਖਸ਼ਿਸ਼ ਕੀਤਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਇਹਨੂੰ ਵਿੱਚੋਂ ਪਾੜ ਕੇ ਦੋਨਾਂ ਤੇ ਕਫਨ ਪਾ ਦਿਓ। ਉਹ ਕਹਿੰਦੇ ਦਇਆ ਸਿੰਘਾ, ਇਹ ਕੰਮ ਨਹੀਂ ਕਰਨਾ। ਦੁਨੀਆ ਇਹ ਨਾ ਸਮਝੇ ਵੀ ਪੁੱਤ ਹੋਰ ਸਮਝੇ ਤੇ ਸਿੱਖ ਹੋਰ ਸਮਝੇ। ਆ ਬਾਕੀ ਵੇਖ ਕਿੰਨੇ ਪਏ ਨੇ। ਜੇ ਇਹ ਜਿਹੜੇ ਸ਼ਹੀਦ ਨੇ ਨਾ, ਇਹ ਖਫਨ ਦੇ ਮੁਹਤਾਜ ਨਹੀਂ ਹੁੰਦੇ। ਇਸ ਕਰਕੇ ਮੈਂ ਨਾ ਇਹਨਾਂ ਪੁੱਤਰਾਂ ਤੇ ਪਾਉਣਾ ਤੇ ਨਾ ਇਹਨਾਂ ਸਿੱਖਾਂ ਤੇ ਪਾਉਣਾ, ਇਹ ਸਾਰੇ ਬਖਸ਼ੇ ਹੋਏ ਨੇ। ਉਹਨੇ ਫਰਕ ਨਹੀਂ ਜੇ ਸਮਝਿਆ। ਹੁਣ ਕੁਛੜ ਚੁੱਕੇ ਆ ਸਾਨੂੰ, ਅਸੀਂ ਆਪ ਹੀ ਤਿਲਕਦੇ ਜਾਈਏ ਤੇ ਫਿਰ ਸਾਚਾ ਸਾਹਿਬ ਕਿਆ ਕਰੇ, ਕੀ ਕਰੇ ਫਿਰ ਉਹ, ਜਦੋਂ ਅਸੀਂ ਆਪ ਹੀ ਤਿਲਕਦੇ ਫਿਰਦੇ ਆ। ਮਾੜੀ ਜੀ ਕੋਈ ਗੱਲ ਹੁੰਦੀ ਹੈ, ਇੱਧਰ ਉੱਧਰ ਤੁਰ ਪੈਂਦੇ ਆ। ਸਾਨੂੰ ਤੇ ਕੋਈ ਪੇੜਾ ਬਣਾ ਕੇ ਦੇ ਜੇ ਨਾ ਵੀ ਇਹ ਤੁਹਾਡੀ ਗਾਈ ਠੀਕ ਹੋ ਜਾਏਗੀ, ਅਸੀਂ ਇੰਨੇ ਚ ਹੀ ਆਪਣੇ ਆਪ 'ਚ ਡਿੱਗ ਪੈਂਦੇ ਆ। ਕਿਹੜੀ ਸਿੱਖੀ? ਕੋਈ ਭਰੋਸਾ ਰੱਖ ਕੇ ਵੇਖੋ ਉਸ ਅਕਾਲ ਪੁਰਖ ਵਾਹਿਗੁਰੂ ਤੇ, ਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੇ ਭਰੋਸਾ ਰੱਖ ਕੇ ਕਰਕੇ ਵੇਖਿਓ ਕਿਤੇ। ਪਰ ਤੁਹਾਡੀ ਕਮਾਈ ਹੋਣੀ ਚਾਹੀਦੀ ਹੈ, ਸਿਮਰਨ ਤੁਸੀਂ ਕਰਦੇ ਹੋਣੇ ਚਾਹੀਦੇ ਆ, ਭਟਕਣ ਦੀ ਲੋੜ ਨਾ ਪਏਗੀ ਤੁਹਾਨੂੰ। ਇਸ ਕਰਕੇ ਗੁਰਮੁਖ ਪਿਆਰਿਓ, ਇੰਨੀ ਵਿਚਾਰ ਕਰਦੇ ਆ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ। ਆਪ ਰੱਬ ਰੂਪ ਗੁਰੂ ਸਾਧ ਸੰਗਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਸਾਰੀਆਂ ਗਲਤੀਆਂ ਸਾਡੀ ਝੋਲੀ ਚ ਪਾ ਦੇਣੀਆਂ, ਕਿਉਂਕਿ ਇਹ ਸਾਡੀਆਂ ਨੇ। ਉਪਦੇਸ਼ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਨਾਲ ਲੈ ਜਿਓ, ਇਹ ਨਾਲ ਲੈ ਜਿਓ। ਸਿਮਰਨ ਕਰਿਆ ਕਰੋ, ਚੜ੍ਹਦੀ ਕਲਾ ਚ ਰਹੋ। ਜਿਵੇਂ ਸਤਿਗੁਰਾਂ ਨੇ ਬਾਹਰੋਂ ਫਤਿਹ ਬਖਸ਼ਿਸ਼ ਕੀਤੀ ਹੈ, ਏਦਾਂ ਅੰਦਰ ਵੀ ਫਤਿਹ ਬਖਸ਼ਿਸ਼ ਹੋਵੇ। ਅਸੀਂ ਮਿਹਨਤ ਕਰੀਏ ਅੱਜ ਤੋਂ ਬਾਅਦ। ਵਾਹਿਗੁਰੂ ਕਿਰਪਾ ਕਰੇ ਸਾਡੇ ਇਸ ਸਾਰੇ ਪਰਿਵਾਰ ਤੇ, ਸਾਰੇ ਨਗਰ ਤੇ ਸਤਿਗੁਰੂ ਕਿਰਪਾ ਕਰੇ। ਮੈਂ ਇੱਕ ਵਾਰ ਵਧਾਈ ਵੀ ਦੇਣਾ ਸਾਰੇ ਗੁਰਮੁਖ ਪਿਆਰਿਆਂ ਨੂੰ, ਜਿਹੜੇ ਜਿਹੜੇ ਗੁਰਮੁਖ ਉੱਥੇ ਇੰਨੀ ਘਾਲਣਾ ਘਾਲਦੇ ਰਹੇ ਨੇ। ਘਰ 'ਚ ਬਹਿ ਕੇ ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਨੇ, ਮਾਈਕ ਤੇ ਬਹਿ ਕੇ ਵੱਡੇ ਵੱਡੇ ਪ੍ਰਚਾਰ ਕਰਨੇ ਸੌਖੇ ਨੇ, ਪਰ ਪਿੰਡੇ ਤੇ ਹੰਡਾਉਣਾ ਬੜਾ ਔਖਾ ਹੈ। ਜਿੰਨਾ ਵੀ ਗੁਰਮੁਖਾਂ ਨੇ ਉੱਥੇ ਸੇਵਾ ਨਿਭਾਈ ਹੈ, ਮੈਂ ਉਹਨਾਂ ਸਾਰਿਆਂ ਨੂੰ, ਉਹਨਾਂ ਵਾਸਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ। ਇੱਥੋਂ ਦੀ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਧੰਨਤਾ ਦੇ ਯੋਗ ਹੈ, ਜਿਹੜੇ ਇਦਾਂ ਦੇ ਪ੍ਰੋਗਰਾਮ ਤੁਸੀਂ ਸਾਰੇ ਉਲੀਕਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਇੱਥੋਂ ਦੀ ਕਮੇਟੀ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ। ਇੱਥੋਂ ਦੇ ਵਜ਼ੀਰ ਸਾਹਿਬਾਨ ਜਿਨ੍ਹਾਂ ਤੇ ਸਤਿਗੁਰ ਦੀ ਅਪਾਰ ਬਖਸ਼ਿਸ਼ ਹੈ, ਆਪਾਂ ਘਰ ਬਹਿ ਕੇ ਵੀ ਉਹਨਾਂ ਨੂੰ ਸੁਣਦੇ ਪਏ ਸੀ। ਬੜੀ ਸਤਿਗੁਰ ਦੀ ਮਿਹਰਮਤ ਕਿਰਪਾ ਤੁਹਾਡੇ ਸਾਰੇ ਪਰਿਵਾਰਾਂ ਤੇ। ਸਤਿਗੁਰੂ ਗਰੀਬ ਨਵਾਜ ਇਸੇ ਤਰ੍ਹਾਂ ਤੁਹਾਡਾ ਆਪਸੀ ਪਿਆਰ ਤੇ ਇਤਫਾਕ ਬਣਾਈ ਰੱਖਣ ਮਹਾਰਾਜ ਸੱਚੇ ਪਾਤਸ਼ਾਹ। ਸੋ ਇੱਕ ਵਾਰ ਫੇਰ ਖਿਮਾ ਦੇ ਜਾਚਕ ਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨਾ। ਆਓ ਗੱਜ ਕੇ ਫਤਿਹ ਬੁਲਾਈਏ, ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ।